ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ। ਜਿਸ ਮਹਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਸੁਤੀ ਸਿਮਰਨ ਉਦਦ, ਕਵਿਤਾ ਪ੍ਰਦਜੂ ਇੰਦ। ਬਿਗਸਤ ਸ਼ਰੂਤਾ ਕੁਮੁਦ ਸੁਨ, ਕੂਕ ਬਿਮੁਖ ਦੁਖ ਦੁੰਦ। ਸਰਸੁਤੀ ਸਿਮਰਨ ਉਦਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਵਾਲੀਏ ਕੁਲ ਆਲਮ ਸਰਬਰੇ ਕਾਇਨਾਤ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਦੀ ਪਰਮ ਦਇਆ ਸਦਕਾ ਤਖਤ ਹਨ। ਵਡਭਾਗੀ ਜਨਾਂ ਨੇ ਕੀਰਤਨ ਸਰਵਣ ਕਰਕੇ ਮਨੁੱਖਾ ਜਨਮ ਦੇ ਵਿੱਚ ਮਿਲੇ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਹੁਣ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਜਿਸ ਪ੍ਰਕਾਰ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ, ਭਾਈ ਬਾਲਾ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਰਾ ਇਤਿਹਾਸ ਸਰਵਣ ਕਰਵਾਇਆ ਹੈ।
ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਬਹੁਤ ਹੀ ਖੁਸ਼ ਹੋਏ। ਭਾਈ ਬਾਲਾ ਜੀ ਨੇ ਦੱਸਿਆ, ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਮੈਂ ਪੁੱਛਿਆ ਸੀ ਕਿ ਹੇ ਮਹਾਰਾਜ, ਆਪ ਜੀ ਤੋਂ ਬਾਅਦ ਕੌਣ ਗੁਰਤਾ ਗੱਦੀ ਉੱਪਰ ਬੈਠੇਗਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੈਨੂੰ ਕਿਹਾ ਸੀ ਕਿ ਹੇ ਭਾਈ ਬਾਲਾ ਜੀ, ਤਰਹਿਣ ਗੋਤ ਹੋਵੇਗੀ ਉਹਨਾਂ ਦੀ, ਸ੍ਰੀ ਗੁਰੂ ਅੰਗਦ ਨਾਮ ਹੋਵੇਗਾ, ਖੱਤਰੀ ਜਾਤੀ ਹੋਵੇਗੀ, ਖਡੂਰ ਸਾਹਿਬ ਦੇ ਵਿੱਚ ਰਹਿਣਗੇ, ਉਹ ਸਾਡੇ ਤੋਂ ਬਾਅਦ ਗੁਰਤਾ ਗੱਦੀ ਉੱਪਰ ਬੈਠਣਗੇ। ਇਸ ਪ੍ਰਕਾਰ ਭਾਈ ਬਾਲਾ ਜੀ ਨੇ ਇਹ ਸਾਰੇ ਹੀ ਜੋ ਕਥਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸੁਣਾਈ। ਫਿਰ ਭਾਈ ਬਾਲਾ ਜੀ ਪਰਲੋਕ ਗਮਨ ਕੀਤਾ ਹੈ। ਉਹ ਸਾਰਾ ਹੀ ਇਤਿਹਾਸ ਆਪਾਂ ਕੱਲ ਦੇ ਦੀਵਾਨਾਂ ਅੰਦਰ ਵਿਸਤਾਰ ਦੇ ਨਾਲ ਸਰਵਣ ਕੀਤਾ ਸੀ। ਜਿਵੇਂ ਹੁਣ ਅੱਗੇ ਇਤਿਹਾਸ ਆ ਰਿਹਾ ਹੈ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੋ ਤੇ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਸੁਤੀ ਸਿਮਰਨ ਉਦਦ। ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਜੋ ਕਵਿਤਾ ਦੀ ਸ਼ਕਤੀ ਹੈ ਉਸ ਦਾ ਮੰਗਲ ਕਰਦੇ ਹਨ, ਕਿਉਂਕਿ ਜੋ ਵੀ ਕਵੀ ਹੁੰਦਾ ਹੈ, ਭਾਵੇਂ ਮੁਸਲਮਾਨ ਹੋਵੇ ਭਾਵੇਂ ਹਿੰਦੂ ਹੋਵੇ, ਉਸ ਨੂੰ ਜ਼ਰੂਰ ਹੀ ਕਵੀ ਸੰਕੇਤ ਮੰਗਲ ਕਰਨਾ ਪੈਂਦਾ ਹੈ। ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਕਵਿਤਾ ਦੀ ਜੋ ਸ਼ਕਤੀ ਹੈ ਉਹਦਾ ਮੰਗਲ ਕਰਦੇ ਹਨ। ਕਵੀ ਜੀ ਕਹਿੰਦੇ ਹਨ, ਸਾਰ ਸੁਤੀ ਸਿਮਰਨ ਉਦਦ। ਜੋ ਕਵਿਤਾ ਦੀ ਸ਼ਕਤੀ ਦਾ ਸਿਮਰਨ ਹੈ ਉਹ ਸਮੁੰਦਰ ਦੀ ਨਿਆਈ ਹੈ, ਸਮੁੰਦਰ ਦੇ ਵਾਂਗ ਹੈ। ਕਵਿਤਾ ਪ੍ਰਦ ਜਿਉ ਇੰਦ। ਜਿਵੇਂ ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਸਨ, ਉਹਨਾਂ ਰਤਨਾਂ ਦੇ ਵਿੱਚੋਂ ਇੰਦਰ ਵੀ ਨਿਕਲੇ, ਜੋ ਚੰਦਰਮਾ ਹੈ ਇਹ ਵੀ ਨਿਕਲਿਆ ਸੀ। ਤੇ ਕਵੀ ਜੀ ਕਹਿੰਦੇ ਹਨ ਕਿ ਇਹ ਜੋ ਸ਼ਕਤੀ ਦਾ ਸਿਮਰਨ ਹੈ, ਸ਼ਕਤੀ ਦਾ ਸਿਮਰਨ ਕਰਨ ਦੇ ਨਾਲ ਕਵਿਤਾ ਰੂਪੀ ਜੋ ਚੰਦਰਮਾ ਹੈ ਇਹਦੀ ਦਾਤ ਮਿਲਦੀ ਹੈ। ਕਵਿਤਾ ਰੂਪੀ ਚੰਦਰਮੇ ਦਾ ਦਾਤਾ ਹੈ ਸ਼ਕਤੀ ਦਾ ਸਿਮਰਨ। ਬਿਗਸਤ ਸ਼ਰੂਤਾ ਕੁਮੁਦ ਸੁਨ। ਜਿਵੇਂ ਜਦੋਂ ਰਾਤ ਦੇ ਸਮੇਂ ਚੰਦਰਮਾ ਨਿਕਲਦਾ ਹੈ ਤੇ ਜੋ ਕਵੀਆਂ ਹੁੰਦੀਆਂ ਹਨ ਚੰਦਰਮੇ ਨੂੰ ਵੇਖ ਕਰਕੇ ਖਿੜ ਜਾਂਦੀਆਂ ਹਨ, ਇਸੇ ਪ੍ਰਕਾਰ ਜਿਹੜੇ ਸਰੋਤੇ ਹੁੰਦੇ ਹਨ ਜਦੋਂ ਉਹ ਕਵਿਤਾ ਨੂੰ ਸੁਣਦੇ ਹਨ ਤੇ ਸੁਣ ਕਰਕੇ ਖਿੜ ਜਾਂਦੇ ਹਨ। ਕੋਕ ਬਿਮੁਖ ਦੁਖ ਦੁੰਦ। ਰਾਤ ਦੇ ਸਮੇਂ ਚਕਵਾ ਅਤੇ ਚਕਵੀ ਇਹ ਬਹੁਤ ਹੀ ਦੁਖੀ ਹੁੰਦੇ ਹਨ, ਕਿਉਂਕਿ ਇਹਨਾਂ ਦਾ ਮਿਲਾਪ ਜਦੋਂ ਸੂਰਜ ਚੜ੍ਹਦਾ ਹੈ ਦਿਨ ਦੇ ਸਮੇਂ ਹੁੰਦਾ ਹੈ। ਇਸੇ ਪ੍ਰਕਾਰ ਜਿਹੜੇ ਗੁਰੂ ਤੋਂ ਬੇਮੁਖ ਲੋਕ ਹਨ ਉਹ ਕਵਿਤਾ ਨੂੰ ਸੁਣ ਕਰਕੇ ਦੁਖੀ ਹੋਣਾ ਕਰਦੇ ਹਨ। ਚਕਵੀ ਅਤੇ ਚਕਸਾਰ ਕਹਿੰਦੇ ਹਨ ਸ੍ਰੇਸ਼ਟ ਨੂੰ। ਸ੍ਰੇਸ਼ਟ ਕੀ ਹੈ? ਬ੍ਰਹਮ ਗਿਆਨ। ਤੇ ਬ੍ਰਹਮ ਗਿਆਨ ਨੂੰ ਹਿਰਦੇ ਵਿੱਚ ਟਿਕਾਉਣ ਵਾਲਾ ਕੌਣ ਹੈ? ਉਹ ਗੁਰਬਾਣੀ ਹੈ। ਤੇ ਕਵੀ ਜੀ ਕਹਿੰਦੇ ਹਨ ਕਿ ਜੋ ਗੁਰਬਾਣੀ ਦਾ ਸਿਮਰਨ ਹੈ ਇਹ ਸਮੁੰਦਰ ਦੀ ਨਿਆਈ ਹੈ। ਕਵਿਤਾ ਪ੍ਰਦ ਜਿਉ ਇੰਦ। ਤੇ ਇਹ ਜੋ ਗੁਰਬਾਣੀ ਦਾ ਸਿਮਰਨ ਹੈ ਇਹ ਕਵਿਤਾ ਰੂਪੀ ਚੰਦਰਮੇ ਨੂੰ ਪੈਦਾ ਕਰਨ ਵਾਲਾ ਹੈ ਹਿਰਦੇ ਵਿੱਚ। ਬਿਗਸਤ ਸ਼ਰੂਤਾ ਕੁਮੁਦ ਸੁਨ। ਜਦੋਂ ਸਰੋਤੇ ਜੋ ਕਵੀਆਂ ਦੇ ਵਾਂਗ ਹਨ, ਜਦੋਂ ਉਹ ਗੁਰੂ ਇਤਿਹਾਸ ਦੀ ਕਥਾ ਸੁਣਦੇ ਹਨ, ਗੁਰਬਾਣੀ ਦੀ ਕਥਾ ਸੁਣਦੇ ਹਨ ਤੇ ਉਹ ਕਵੀਆਂ ਦੇ ਵਾਂਗ ਖਿੜ ਜਾਂਦੇ ਹਨ। ਕੋਕ ਬਿਮੁਖ ਦੁਖ ਦੁੰਦ। ਤੇ ਜਿਹੜੇ ਕੋਕ ਵਰਗੇ, ਚਕਵਾ ਅਤੇ ਚਕਵੀ ਵਰਗੇ ਜਿਹੜੇ ਬੇਮੁਖ ਲੋਕ ਹਨ ਗੁਰੂ ਤੋਂ, ਜਦੋਂ ਉਹ ਸੁਣਦੇ ਹਨ ਤੇ ਉਹ ਦੁਖੀ ਹੋਣਾ ਕਰਦੇ ਹਨ। ਚੌਪਈ ਅਬ ਸ਼੍ਰੀ ਅੰਗਦ ਕੀ ਸੁਨ ਕਥਾ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਹੇ ਸਰੋਤਾ ਜਨੋ,
ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਕਥਾ ਸਰਵਣ ਕਰਨਾ ਕਰੋ, ਕਿਉਂਕਿ ਭਾਈ ਬਾਲਾ ਜੀ ਪਰਲੋਕ ਗਮਨ ਕਰ ਗਏ ਹਨ। ਤੇ ਹੁਣ ਜੋ ਸਾਰੀ ਕਥਾ ਹੈ ਇਹ ਕਵੀ ਭਾਈ ਸੰਤੋਖ ਸਿੰਘ ਜੀ ਸੁਣਾਉਣਗੇ। ਭਾਈ ਗੁਰਬਖਸ਼ ਸਿੰਘ ਜੀ ਨੇ ਜੋ ਕਥਾ ਕੀਤੀ ਹੈ, ਭਾਈ ਸਾਹਿਬ ਸਿੰਘ ਜੀ ਨੇ ਉਹ ਸਾਰੀ ਹੀ ਕਥਾ ਲਿਖਣਾ ਕੀਤੀ ਸੀ। ਤੇ ਉਸ ਕਥਾ ਦਾ ਉਲੱਥਾ ਹੁਣ ਕਵੀ ਭਾਈ ਸੰਤੋਖ ਸਿੰਘ ਜੀ ਕਰਦੇ ਹਨ। ਤੇ ਕਵੀ ਜੀ ਕਹਿੰਦੇ ਹਨ ਕਿ ਹੇ ਸਰੋਤਾ ਜਨੋ, ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਕਥਾ ਸੁਣਨਾ ਕਰੋ। ਭਈ ਜਥਾ ਉਚਰੂ ਮੈਂ ਤਥਾ, ਜਿਵੇਂ ਸਤਿਗੁਰੂ ਸਾਹਿਬ ਜੀ ਦੀ ਕਥਾ ਹੋਈ ਹੈ, ਮੈਂ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਕਰਾਂਗਾ। ਜੰਗਲ ਮਤੇ ਜੋ ਹੁਤੀ ਸਰਾਏ, ਜੰਗਲ ਦੇਸ਼ ਦੇ ਵਿੱਚ ਜੋ ਹੁਣ ਮਾਲਵਾ ਜਿਸ ਨੂੰ ਕਹਿੰਦੇ ਹਨ, ਇਸ ਨੂੰ ਪਹਿਲੋਂ ਜੰਗਲ ਦੇਸ਼ ਕਿਹਾ ਜਾਂਦਾ ਸੀ, ਕਿਉਂਕਿ ਬਹੁਤ ਹੀ ਜ਼ਿਆਦਾ ਜੰਗਲ ਹੋਇਆ ਕਰਦਾ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇਸ਼ ਦੇ ਵਿੱਚ ਗਏ, ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਗੁਰੂ ਕਾ ਮਾਲਵਾ ਹੈ। ਫਿਰ ਜਾ ਕੇ ਉਹਦਾ ਨਾਮ ਮਾਲਵਾ ਪਿਆ ਸੀ। ਤੇ ਕਵੀ ਜੀ ਕਹਿੰਦੇ ਹਨ ਕਿ ਜੰਗਲ ਦੇਸ਼ ਦੇ ਵਿੱਚ ਜੋ ਮੱਤੇ ਦੀ ਸਰਾਂ ਪਿੰਡ ਸੀ, ਮਨ ਪੁਨੀਤ ਫੇਰੂ ਤਹ ਥਾਇ, ਮੱਤੇ ਦੀ ਸਰਾਂ ਪਿੰਡ ਦੇ ਵਿੱਚ ਪਵਿੱਤਰ ਮਨ ਵਾਲੇ ਭਾਈ ਫੇਰੂ ਮਲ ਜੀ ਉਸ ਜਗ੍ਹਾ ਤੇ ਰਹਿਣਾ ਕਰਦੇ ਸਨ। ਤੇਹਣ ਗੋਤ ਛਤਰੀ ਜਹ ਜਾਤੀ, ਭਾਈ ਫੇਰੂ ਜੀ ਦੀ ਤਰੇਹਣ ਗੋਤ ਸੀ ਤੇ ਛਤਰੀ ਜਾਤੀ ਸੀ। ਕਰਮ ਧਰਮ ਮਹਿ ਸਭ ਬਖਿਆਤੀ, ਭਾਈ ਫੇਰੂ ਜੀ ਧਰਮ ਦੇ ਜੋ ਕਰਮ ਹਨ ਉਹਨਾਂ ਦੇ ਵਿੱਚ ਸਾਰਿਆਂ ਵਿੱਚ ਪ੍ਰਗਟ ਸਨ। ਦਾਨ ਪੁੰਨ ਬਹੁਤ ਹੀ ਕਰਿਆ ਕਰਦੇ ਸਨ, ਧਰਮ ਦੇ ਕੰਮਾਂ ਨੂੰ ਕਰਦੇ ਸਨ, ਇਸ ਕਰਕੇ ਇਹ ਸਾਰਿਆਂ ਵਿੱਚ ਪ੍ਰਗਟ ਸਨ। ਤਹਿ ਘਰ ਜਨਮਿਓ ਸੁਤ ਸੁਖਦਾਈ, ਤੇ ਇਹਨਾਂ ਦੇ ਘਰ ਦੇ ਵਿੱਚ ਸੁੱਖਾਂ ਨੂੰ ਦੇਣ ਵਾਲਾ ਜੋ ਸਪੁੱਤਰ ਹੈ ਪੈਦਾ ਹੋਇਆ ਹੈ, ਸਪੁੱਤਰ ਨੇ ਅਵਤਾਰ ਧਾਰਿਆ ਹੈ। ਇੱਕ ਸ੍ਰੀ ਗੁਰੂ ਅੰਗਦ ਦਰਸ਼ਨ ਪੋਥੀ ਹੈ, ਉਸ ਪੋਥੀ ਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜੰਗਲ ਦੇਸ਼ ਦੇ ਵਿੱਚ ਗਏ ਤੇ ਮੱਤੇ ਦੀ ਸਰਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਗਏ ਸਨ। ਉੱਥੇ ਸਤਿਗੁਰੂ ਜੀ ਨਗਰ ਤੋਂ ਬਾਹਰ ਹੀ ਠਹਿਰੇ ਹਨ, ਜਿੱਥੇ ਹੁਣ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਉੱਥੇ ਭਾਈ ਫੇਰੂ ਜੀ ਅਤੇ ਭਾਈ ਫੇਰੂ ਜੀ ਦੀ ਸੁਪਤਨੀ ਮਾਤਾ ਪਿਰਾਈ ਜੀ, ਇਹ ਦੋਵੇਂ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਚੱਲ ਕੇ ਆਏ। ਆ ਕਰਕੇ ਚਰਨਾਂ ਤੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਆਪ ਜੀ ਸਾਡੇ ਘਰ ਦੇ ਵਿੱਚ ਪੁੱਤਰ ਦੀ ਬਖਸ਼ਿਸ਼ ਕਰਨਾ ਕਰੋ। ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਆਪ ਜੀ ਦੇ ਘਰ ਦੇ ਵਿੱਚ ਸਪੁੱਤਰ ਪੈਦਾ ਹੋਵੇਗਾ, ਉਹਦਾ ਨਾਮ ਆਪ ਜੀ ਲਹਿਣਾ ਰੂਪੀ ਬਚਨ ਹਨ ਇਹ ਦੇਣਾ ਕੀਤੇ ਸਨ। ਤੇ ਕਵੀ ਜੀ ਕਹਿੰਦੇ ਹਨ, ਤੇ ਘਰ ਜਨਮਿਓ ਸੁਤ ਸੁਖਦਾਈ, ਉਹਨਾਂ ਦੇ ਘਰ ਦੇ ਵਿੱਚ ਸੁੱਖਾਂ ਨੂੰ ਦੇਣ ਵਾਲਾ ਸਪੁੱਤਰ ਪੈਦਾ ਹੋਇਆ, ਅਵਤਾਰ ਧਾਰਿਆ। ਲਹਿਣਾ ਨਾਮ ਧਰਿਓ ਹਿਤ ਲਾਈ, ਪ੍ਰੇਮ ਕਰਕੇ ਪ੍ਰੇਮ ਲਾ ਕੇ ਭਾਈ ਫੇਰੂ ਜੀ ਨੇ ਸਪੁੱਤਰ ਦਾ ਨਾਮ ਲਹਿਣਾ ਰੱਖਣਾ ਕੀਤਾ। ਜਨਮਤ ਭਗਤ ਸੰਗ ਜਿਸ ਆਈ, ਜਨਮ ਤੋਂ ਹੀ ਅਵਤਾਰ ਧਾਰਨ ਤੋਂ ਹੀ ਜਿਨ੍ਹਾਂ ਦੇ ਨਾਲ ਭਗਤੀ ਆਈ ਹੋਈ ਹੈ। ਕਿਧੋ ਤਾਹਿ ਨਿਜ ਦੇਹ ਬਨਾਈ, ਜਾਂ ਭਗਤੀ ਨੇ ਹੀ ਆਪਣਾ ਸਰੀਰ ਬਣਾਇਆ ਹੋਇਆ ਹੈ। ਧੀਰਜ ਖੇਮਾ ਭੁਜਾ ਜਹ ਸੋ ਹੈ, ਕਵੀ ਜੀ ਕਹਿੰਦੇ ਹਨ ਧੀਰਜ ਰੱਖਣਾ, ਹੌਸਲਾ ਰੱਖਣਾ ਅਤੇ ਖਿਮਾ ਕਰਨੀ, ਇਹ ਭਗਤੀ ਦੀਆਂ ਦੋ ਬਾਹਾਂ ਸੋਭਦੀਆਂ ਹਨ। ਅਜਰ ਜਰਨ ਸ਼ੁਭ ਰੇਦਾ ਭਇਓ ਹੈ, ਅਜਰ ਸ਼ਕਤੀਆਂ ਨੂੰ ਜੋ ਜਰਨਾ ਹੈ ਇਹ ਸੁੰਦਰ ਹਿਰਦਾ ਹੋਇਆ ਹੈ ਭਗਤੀ ਦਾ। ਮੈਤਰੀ ਮੁਦਤਾ ਜਾਂਗ ਸੁਹਾਈ, ਸਾਰਿਆਂ ਦੇ ਨਾਲ ਮਿੱਤਰਤਾ ਕਰਨੀ ਅਤੇ ਮੁਦਤਾ ਕਹਿੰਦੇ ਹਨ ਕਿ ਪਰਾਏ ਦੇ ਸੁੱਖਾਂ ਨੂੰ ਵੇਖ ਕਰਕੇ ਖੁਸ਼ ਹੋਣਾ, ਪਰਾਏ ਦੇ ਮਹਿਮਾ ਵਡਿਆਈ ਪ੍ਰਭਤਾ ਨੂੰ ਵੇਖ ਕਰਕੇ ਖੁਸ਼ ਹੋਣਾ, ਇਸ ਨੂੰ ਮੁਦਤਾ ਕਿਹਾ ਜਾਂਦਾ ਹੈ। ਤੇ ਕਵੀ ਜੀ ਕਹਿੰਦੇ ਹਨ ਮੈਤਰੀ ਅਤੇ ਮੁਦਤਾ ਇਹ ਭਗਤੀ ਦੀਆਂ ਦੋ ਲੱਤਾਂ ਹਨ ਸੋਭਨੀਕ।
ਕਟ ਕਰੁਣਾ ਕੀ ਅਤ ਸ਼ਬ ਪਾਈ। ਸਾਰਿਆਂ ਉਪਰ ਕਿਰਪਾ ਕਰਨੀ, ਦਇਆ ਕਰਨੀ, ਇਹ ਬਹੁਤ ਹੀ ਸੁੰਦਰ ਲੱਕ ਹੈ ਭਗਤੀ ਦਾ। ਭਾਵ ਬਦਨ ਮਨ ਪ੍ਰੇਮ ਬਨਾਏ। ਮੁਖੜਾ ਕੀ ਹੈ? ਸ਼ਰਧਾ ਮੁਖੜਾ ਹੈ ਭਗਤੀ ਦਾ। ਸਤਕਾਰ ਹੈ ਜੋ ਇਹ ਭਗਤੀ ਦਾ ਮੁਖੜਾ ਹੈ। ਅਤੇ ਮਨ ਕੀ ਹੈ? ਮਨ ਪ੍ਰੇਮ ਹੈ। ਇਹ ਭਗਤੀ ਦਾ ਮਨ ਪ੍ਰੇਮ ਬਣਿਆ ਹੋਇਆ ਹੈ। ਸਮਦਮ ਜਾਂ ਕੇ ਕਰਨ ਸੁਹਾਏ। ਸਮ ਕਹਿੰਦੇ ਹਨ ਮਨ ਦੇ ਅੰਦਰ ਜੋ ਫੁਰਨੇ ਉੱਠਦੇ ਹਨ ਮਾੜੇ, ਉਹਨਾਂ ਨੂੰ ਰੋਕਣਾ। ਦਮ ਕਹਿੰਦੇ ਹਨ ਬਾਹਰਲੇ ਜੋ ਇੰਦਰੇ ਹਨ, ਇਹਨਾਂ ਨੂੰ ਰੋਕਣਾ, ਬੁਰੇ ਪਾਸੇ ਨਾ ਜਾਣ ਦੇਣਾ। ਸਮ ਅਤੇ ਦਮ ਜਿਨ੍ਹਾਂ ਦੇ ਭਗਤੀ ਦੇ ਇਹ ਸੋਭਨੀਕ ਕੰਨ ਹਨ। ਧਿਆਨ ਕਰਨ ਲਿਵ ਲਾਗਨ ਜੋ। ਧਿਆਨ ਕਰਨਾ ਅਤੇ ਜੋ ਲਿਵ ਲਾਉਣੀ ਹੈ। ਦਵੈ ਲੋਚਨ ਸ਼ੋਭਿਤ ਸ਼ੁਭ ਸੋ। ਇਹ ਦੋ ਨੇਤਰ ਭਗਤੀ ਦੇ ਬਹੁਤ ਹੀ ਸੁੰਦਰ ਸੋਭ ਰਹੇ ਹਨ। ਗਿਆਨ ਸੀਸ ਜਹ ਕੇਰ ਬਿਰਾਜਤ। ਤੇ ਗਿਆਨ ਰੂਪੀ ਜੋ ਸਿਰ ਹੈ ਇਹ ਭਗਤੀ ਦੇ ਬਿਰਾਜ ਰਿਹਾ ਹੈ। ਸਤ ਸੰਗਤ ਸ਼ਿੰਗਾਰ ਸ਼ੁਭ ਸਾਜਤ। ਇਸ ਪ੍ਰਕਾਰ ਜੋ ਭਗਤੀ ਹੈ ਇਹ ਸਤ ਸੰਗਤ ਰੂਪੀ ਸ਼ਿੰਗਾਰ ਦੇ ਨਾਲ ਸੋਭਦੀ ਹੈ। ਇਸ ਪ੍ਰਕਾਰ ਤਰ ਜਨਮ ਸੁਹਾਵਾ। ਇਸ ਪ੍ਰਕਾਰ ਭਾਈ ਲਹਿਣਾ ਜੀ ਨੇ ਅਵਤਾਰ ਧਾਰਿਆ ਹੈ। ਬ੍ਰਿਧ ਹੈ ਦੇਹ ਜਿਉ ਕਾਲ ਬਿਤਾਵਾ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤਿਵੇਂ ਤਿਵੇਂ ਭਾਈ ਲਹਿਣਾ ਜੀ ਦੀ ਜੋ ਦੇਹੀ ਹੈ, ਸਰੀਰ ਹੈ, ਇਹ ਵਾਧਾ ਫੁੱਲਦਾ ਹੈ। 14 ਬਰਖ ਆਰ ਬਲ ਹੋਈ। ਜਦੋਂ 14 ਸਾਲ ਉਮਰ ਹੋ ਗਈ ਹੈ। ਜਿਨਹ ਵਿਕਾਰ ਨ ਪਰਸਿਓ ਕੋਈ। ਜਿਨ੍ਹਾਂ ਦੇ ਮਨ ਨੂੰ, ਜਿਨ੍ਹਾਂ ਦੇ ਸਰੀਰ ਨੂੰ ਕੋਈ ਵੀ ਵਿਕਾਰ ਪਰਸਿਆ ਨਹੀਂ ਹੈ, ਛੁਹਿਆ ਨਹੀਂ ਹੈ। ਖੱਤਰੀ ਇੱਕ ਖਡੂਰ ਮਹਿ ਰਹੀ। ਖਡੂਰ ਪਿੰਡ ਦੇ ਵਿੱਚ ਇੱਕ ਖੱਤਰੀ ਰਹਿੰਦਾ ਸੀ ਜਿਹਦਾ ਨਾਮ ਦੇਵੀ ਚੰਦ ਸੀ। ਸੁਤਾ ਨਿਕੇਤ ਤਾਹਿ ਕੇ ਅਹੀ। ਤੇ ਭਾਈ ਦੇਵੀ ਚੰਦ ਦੇ ਘਰ ਦੇ ਵਿੱਚ ਲੜਕੀ ਸੀ ਜਿਹਦਾ ਨਾਮ ਮਾਤਾ ਖੀਵੀ ਸੀ। ਭੇਜ ਮਨੁਖ ਤਿਨ ਕੀਨ ਸਗਾਈ। ਇੱਕ ਮਨੁੱਖ ਭੇਜ ਕਰਕੇ ਭਾਈ ਦੇਵੀ ਚੰਦ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਨਾਲ ਮੰਗਣਾ ਕੀਤਾ ਹੈ, ਸਗਾਈ ਕੀਤੀ ਹੈ ਲੜਕੀ ਦੀ। ਕਿਤਿਕ ਸਮਾਪੁਨ ਦੀਨ ਬਿਤਾਈ। ਇਸ ਪ੍ਰਕਾਰ ਸਗਾਈ ਕਰਕੇ, ਮੰਗਣਾ ਕਰਕੇ ਫਿਰ ਕੁਝ ਸਮਾਂ ਬਤੀਤ ਕੀਤਾ ਹੈ। ਕਰਿਓ ਵਿਆਹ ਦਾਜ ਬਹੁ ਦੀਨਾ। ਫਿਰ ਭਾਈ ਦੇਵੀ ਚੰਦ ਜੀ ਨੇ ਆਪਣੀ ਲੜਕੀ ਦਾ ਵਿਆਹ ਭਾਈ ਫੇਰੂ ਜੀ ਦੇ ਸਪੁੱਤਰ ਭਾਈ ਲਹਿਣਾ ਜੀ ਦੇ ਨਾਲ ਕਰ ਦਿੱਤਾ। ਇਸ ਪ੍ਰਕਾਰ ਜਿਤਨਾ ਵੀ ਸਰਦਾ ਸੀ ਉਹ ਸਮਗਰੀ ਦੇਣਾ ਕੀਤੀ ਹੈ ਨਾਲ। ਦੇਖ ਜਮਾਤਾ ਆਨੰਦ ਭੀਨਾ। ਭਾਈ ਦੇਵੀ ਚੰਦ ਜੀ ਭਾਈ ਲਹਿਣਾ ਜੀ ਨੂੰ ਵੇਖ ਕਰਕੇ ਬਹੁਤ ਹੀ ਆਨੰਦ ਦੇ ਵਿੱਚ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ, ਤੇ ਭਾਈ ਲਹਿਣਾ ਜੀ ਵਿਆਹ ਕਰਕੇ ਆਪਣੇ ਪਿੰਡ ਵਿੱਚ ਚਲੇ ਗਏ। ਫਿਰ ਉੱਥੇ ਹੀ ਰਹਿਣਾ ਕੀਤੇ। ਕਿਤਿਕ ਕਾਲ ਬੀਤਿਓ ਤਿਸ ਠਾਉਰੀ। ਤੇ ਉਸ ਮੱਤੇ ਦੀ ਸਰਾਂ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਕੁਝ ਸਮਾਂ ਬਤੀਤ ਕਰਨਾ ਕੀਤਾ। ਇੱਕ ਦਿਨ ਚੜ੍ਹੀ ਬਲੋਚਨ ਧਾਰੀ। ਇੱਕ ਦਿਨ ਜੋ ਬਲੋਚਾਂ ਦੀ ਧਾੜ ਹੈ ਉਹ ਚੜ੍ਹਨਾ ਕੀਤੀ। ਬਲੋਚਾਂ ਦੀ ਧਾੜ ਕਹਿੰਦੇ ਹਨ ਕਿ ਜੋ ਬਲੋਚਿਸਤਾਨ ਦੇ ਡਾਕੂ ਸਨ ਉਹਨਾਂ ਨੇ ਆ ਕਰਕੇ ਲੁੱਟ ਮਾਰ ਕਰਨਾ ਕੀਤੀ। ਤੇ ਕਵੀ ਜੀ ਕਹਿੰਦੇ ਹਨ ਕਿ ਇੱਕ ਦਿਨ ਜੋ ਬਲੋਚਾਂ ਦੀ ਧਾੜ ਹੈ ਉਹ ਚੜ੍ਹਨਾ ਕੀਤੀ ਹੈ। ਜੰਗਲ ਮਤੇ ਸਰਾਏ ਸੁਮਾਰੀ। ਜੰਗਲ ਦੇਸ਼ ਦੇ ਵਿੱਚ ਇਹ ਜੋ ਮੱਤੇ ਦੀ ਸਰਾਂ ਸੀ ਇਸ ਨੂੰ ਆ ਕਰਕੇ ਲੁੱਟਣਾ ਕੀਤਾ ਹੈ ਡਾਕੂਆਂ ਨੇ। ਢਾਹੇ ਨਿਕੇਤ ਥੇਹ ਸੋ ਕੀਨਾ। ਮੱਤੇ ਦੀ ਸਰਾਂ ਦੇ ਵਿੱਚ ਜਿਤਨੇ ਵੀ ਘਰ ਸਨ ਸਾਰੇ ਹੀ ਢਾਹ ਦਿੱਤੇ ਹਨ ਤੇ ਉਹਨਾਂ ਨੇ ਇਹ ਕਰ ਦਿੱਤਾ ਹੈ, ਉਜਾੜ ਦਿੱਤੇ ਹਨ ਸਾਰੇ ਹੀ ਪਿੰਡ। ਬੋਹਰ ਨਕੂ ਬਸਨੇ ਦੀਨਾ। ਤੇ ਫਿਰ ਮੱਤੇ ਦੀ ਸਰਾਂ ਪਿੰਡ ਦੇ ਵਿੱਚ ਕਿਸੇ ਨੂੰ ਵੀ ਵਸਣ ਨਹੀਂ ਦਿੱਤਾ ਹੈ। ਸ਼੍ਰੀ ਲਹਿਣਾ ਤਬ ਤੇ ਤਜ ਗ੍ਰਾਮੂ। ਭਾਈ ਲਹਿਣਾ ਜੀ ਤਦੋਂ ਦੇ ਉਸ ਮੱਤੇ ਦੀ ਸਰਾਂ ਪਿੰਡ ਨੂੰ ਛੱਡ ਕਰਕੇ ਆਨ ਖਡੂਰ ਬਿਖੈ ਕੀ ਧਾਮੂ। ਖਡੂਰ ਸਾਹਿਬ ਜੀ ਦੇ ਵਿੱਚ ਆ ਕਰਕੇ ਘਰ ਕਰਨਾ ਕੀਤਾ ਹੈ, ਘਰ ਬਣਾਇਆ ਹੈ। ਰਹੇ ਤਹਾਂ ਪੁਨ ਗਏ ਕਿਥਾਉ ਨਾ। ਤੇ ਫਿਰ ਭਾਈ ਲਹਿਣਾ ਜੀ ਉਸੇ ਹੀ ਅਸਥਾਨ ਤੇ ਰਹੇ, ਭਾਵ ਕਿ ਖਡੂਰ ਪਿੰਡ ਦੇ ਵਿੱਚ ਹੀ ਰਹੇ ਹਨ।
ਹੋਰ ਕਿਸੇ ਵੀ ਅਸਥਾਨ ਤੇ ਨਹੀਂ ਗਏ ਹਨ। ਬਹੁਤੂ ਕੀਨੂ ਸਮਾ ਬਿਤਾਵਨ, ਬਹੁਤਾ ਜੋ ਸਮਾਂ ਹੈ ਉਥੇ ਖਡੂਰ ਪਿੰਡ ਦੇ ਵਿੱਚ ਰਹਿ ਕੇ ਹੀ ਬਤੀਤ ਕੀਤਾ ਹੈ। ਗ੍ਰਾਮ ਖਡੂਰ ਨਾਰ ਨਰ ਜੋ, ਖਡੂਰ ਨਗਰ ਦੇ ਜਿਤਨੇ ਵੀ ਇਸਤਰੀਆਂ ਅਤੇ ਪੁਰਸ਼ ਸਨ, ਸੇਵਕ ਦੁਰਗਾ ਕੇ ਸਭ ਸੋ, ਇਹ ਸਾਰੇ ਹੀ ਇਸਤਰੀਆਂ ਪੁਰਸ਼ ਦੁਰਗਾ ਜੋ ਜਵਾਲਾ ਮੁਖੀ ਹੈ ਉਹਦੀ ਸੇਵਾ ਕਰਦੇ ਸਨ, ਉਹਦੇ ਚਾਲੇ ਤੇ ਜਾਇਆ ਕਰਦੇ ਸਨ। ਜਾਹੇ ਬਰਖ ਦਿਨ ਮਹਿ ਸ਼੍ਰੀ ਜਵਾਲਾ, ਸਾਲ ਦੇ ਵਿੱਚ ਇੱਕ ਵਾਰ ਖਡੂਰ ਪਿੰਡ ਦੇ ਸਾਰੇ ਹੀ ਲੋਕ ਜਵਾਲਾ ਮੁਖੀ ਨੂੰ ਪਰਸਨ ਦੇ ਵਾਸਤੇ ਜਾਇਆ ਕਰਦੇ ਸਨ। ਪਰਸ ਕਾਂਗੜੇ ਹਰਖ ਵਿਸ਼ਾਲਾ, ਕਾਂਗੜੇ ਇਲਾਕੇ ਦੇ ਵਿੱਚ ਜਵਾਲਾ ਮੁਖੀ ਦਾ ਮੰਦਿਰ ਹੈ, ਉਥੇ ਪਰਸ ਕਰਕੇ ਤੇ ਬਹੁਤ ਹੀ ਖੁਸ਼ ਹੁੰਦੇ ਸਨ। ਲਹਿਣਾ ਸਭ ਮਹਿ ਮੁਖ ਹਵੈ ਜਾਈ, ਭਾਈ ਲਹਿਣਾ ਜੀ ਦਾ ਜੋ ਸਹੁਰਾ ਸੀ ਭਾਈ ਦੇਵੀ ਚੰਦ, ਉਹ ਸਾਰਿਆਂ ਦਾ ਮੁਖੀ ਹੋ ਕਰਕੇ ਜਾਂਦਾ ਸੀ, ਉਹ ਸਾਰਿਆਂ ਨੂੰ ਲੈ ਕਰਕੇ ਜਾਂਦਾ ਸੀ। ਇਸ ਬਿਦ ਕਰਹਿ ਨੇਮ ਸਦਾਈ, ਤੇ ਭਾਈ ਦੇਵੀ ਚੰਦ ਇਸ ਪ੍ਰਕਾਰ ਹਮੇਸ਼ਾ ਹੀ ਨੇਮ ਕਰਦਾ ਸੀ। ਇਸ ਪ੍ਰਕਾਰ ਜਦੋਂ ਭਾਈ ਦੇਵੀ ਚੰਦ ਜੀ ਚੜ੍ਹਾਈ ਕਰ ਗਏ, ਫਿਰ ਖਡੂਰ ਨਗਰ ਦੇ ਜਿਹੜੇ ਲੋਕ ਹਨ ਉਹ ਸਾਰੇ ਹੀ ਇਕੱਠੇ ਹੋ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਾਸ ਆਏ। ਸਾਰਿਆਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਸਹੁਰਾ ਸਾਨੂੰ ਸਾਰਿਆਂ ਨੂੰ ਲੈ ਕਰਕੇ ਜਵਾਲਾ ਮੁਖੀ ਦੇ ਚਾਲੇ ਜਾਇਆ ਕਰਦਾ ਸੀ, ਤੇ ਉਹ ਹੁਣ ਚੜ੍ਹਾਈ ਕਰ ਗਏ ਹਨ ਤੇ ਉਹਨਾਂ ਦੇ ਘਰ ਅੱਗੇ ਕੋਈ ਵੀ ਸੁਪੁੱਤਰ ਨਹੀਂ ਹੈ। ਆਪ ਜੀ ਹੁਣ ਮੁਖੀ ਬਣਨਾ ਕਰੋ, ਆਪ ਜੀ ਦਾ ਅੱਗਾ ਹੋਵੇਗਾ, ਸਾਡਾ ਪਿੱਛਾ ਹੋਵੇਗਾ। ਆਪ ਜੀ ਸਾਨੂੰ ਲੈ ਕਰਕੇ ਜਵਾਲਾ ਮੁਖੀ ਦੇ ਦਰਸ਼ਨ ਪਰਸਨ ਦੇ ਵਾਸਤੇ ਸਾਨੂੰ ਲੈ ਕੇ ਚੱਲੋ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਹੇ ਖਡੂਰ ਨਗਰ ਦੇ ਵਾਸੀਓ, ਅਸੀਂ ਤੁਹਾਡੀ ਆਗਿਆ ਮੰਨਦੇ ਹਾਂ, ਪਰ ਇੱਕ ਗੱਲ ਸਾਡੀ ਮੰਨਣੀ ਪਵੇਗੀ। ਅਸੀਂ ਜਿੱਧਰ ਕਰਤਾਰਪੁਰ ਹੈ ਉਸ ਰਸਤੇ ਦੇ ਰਾਹੀਂ ਜਾਣਾ ਕਰਾਂਗੇ। ਜਦੋਂ ਇਸ ਪ੍ਰਕਾਰ ਕਿਹਾ ਤੇ ਸਾਰੇ ਕਹਿਣ ਲੱਗੇ, ਜਿਵੇਂ ਆਪ ਜੀ ਕਰੋਗੇ ਅਸੀਂ ਆਪ ਜੀ ਦੀ ਆਗਿਆ ਮੰਨਦੇ ਹਾਂ। ਇਸ ਪ੍ਰਕਾਰ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜੋ ਸਤਿਗੁਰੂ ਆਗਿਆ ਕਰ ਗਏ ਤੇ ਸਾਰੇ ਹੀ ਲੋਕਾਂ ਨੇ ਆ ਕਰਕੇ ਭਾਈ ਲਹਿਣਾ ਜੀ ਦੇ ਪਾਸ ਬੇਨਤੀ ਕੀਤੀ ਸੀ। ਏਕ ਸਿੱਖ ਸ਼੍ਰੀ ਨਾਨਕ ਕੇਰਾ, ਖਡੂਰ ਸਿੱਖ ਰਹਿੰਦਾ ਸੀ, ਰਹੇ ਖਡੂਰ ਜਿਸ ਪ੍ਰੇਮ ਘਨੇਰਾ, ਦੇ ਵਿੱਚ ਰਹਿੰਦਾ ਸੀ ਜਿਸ ਦੇ ਹਿਰਦੇ ਵਿੱਚ ਬਹੁਤਾ ਪ੍ਰੇਮ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਹੁਤ ਹੀ ਪ੍ਰੇਮ ਕਰਦਾ ਸੀ। ਪੜ੍ਹੈ ਸਦੀਵ ਗੁਰੂ ਕੀ ਬਾਣੀ, ਭਾਈ ਜੋਧ ਸਿੱਖ ਦਾ ਨਾਮ ਸੀ ਤੇ ਹਮੇਸ਼ਾ ਗੁਰੂ ਕੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਬਦ ਪੜਿਆ ਕਰਦਾ ਸੀ। ਸੇਵ ਆਨ ਕੀ ਹਿਰਦੇ ਨ ਆਨੀ, ਹੋਰ ਜੋ ਦੇਵੀ ਦੇਵਤਿਆਂ ਦੀ ਸੇਵਾ ਹੈ ਉਸਨੇ ਹਿਰਦੇ ਵਿੱਚ ਨਹੀਂ ਲਿਆਉਣਾ ਕੀਤੀ। ਹੋਰ ਕਿਸੇ ਵੀ ਦੇਵੀ ਦੇਵਤੇ ਦੀ ਸੇਵਾ ਨਹੀਂ ਕਰਦਾ ਸੀ। ਸ਼ਰਧਾ ਸ਼੍ਰੀ ਨਾਨਕ ਪਗ ਮਾਹੀ, ਭਾਈ ਜੋਧ ਦੀ ਜੋ ਸ਼ਰਧਾ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਸੀ। ਪ੍ਰੇਮਾਨੰਦ ਰਹੇ ਨਿਤ ਤਾਹੀ, ਇਸ ਕਰਕੇ ਹਮੇਸ਼ਾ ਹੀ ਪ੍ਰੇਮ ਦੇ ਆਨੰਦ ਦੇ ਵਿੱਚ ਰਹਿਣਾ ਕਰਦਾ ਸੀ, ਗੁਰਬਾਣੀ ਪੜ੍ਹਦਾ ਸੀ। ਏਕ ਦਿਵਸ ਮਹਿ ਇੱਕ ਮਨ ਹੋਈ, ਇੱਕ ਦਿਨ ਦੀ ਗੱਲ ਹੈ, ਭਾਈ ਜੋਧ ਇੱਕ ਮਨ ਹੋ ਕਰਕੇ ਬਾਣੀ ਪੜ੍ਹੈ ਪ੍ਰੇਮ ਯੁਤ ਸੋਈ, ਪ੍ਰੇਮ ਦੇ ਸਹਿਤ ਗੁਰੂ ਕੀ ਬਾਣੀ ਨੂੰ ਪੜ੍ਹ ਰਿਹਾ ਸੀ। ਸੁਨੇ ਸ਼ਬਦ ਸ਼੍ਰੀ ਲਹਿਣਾ ਜਬ ਹੀ, ਜਦੋਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਬਦ ਸੁਣਨਾ ਕੀਤੇ ਹਨ, ਜਾਗਿਓ ਹਿਰਦੇ ਪ੍ਰੇਮ ਬਹੁ ਤਬ ਹੀ, ਤਦੋਂ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਬਹੁਤਾ ਹੀ ਪ੍ਰੇਮ ਜਾਗਿਆ ਹੈ। ਸਿੱਖ ਹਕਾ
ਪੁਕਾਰਿਓ ਬੂਝਿਓ ਤਾਂ ਕੋ। ਸਿੱਖ ਨੂੰ ਬੁਲਾਉਣਾ ਕੀਤਾ ਹੈ। ਭਾਈ ਜੋਧ ਨੂੰ ਆਪਣੇ ਪਾਸ ਬੁਲਾਇਆ ਤੇ ਭਾਈ ਲਹਿਣਾ ਜੀ ਪੁੱਛਣ ਲੱਗੇ ਹਨ। ਤੁਮ ਜੋ ਪੜ੍ਹਤ ਸ਼ਾਇ ਗੁਰ ਸੋਈ। ਇਸ ਕਰਕੇ ਹੁਣ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਕਰਾਂਗਾ। ਸੁਨਿਓ ਸ਼ਬਦ ਇਨਸ ਜੋ ਬਖਾਨਿਓ। ਜੋ ਭਾਈ ਜੋਧ ਸਿੱਖ ਨੇ ਸ਼ਬਦ ਉਚਾਰਨ ਕੀਤਾ ਸੀ, ਭਾਈ ਲਹਿਣਾ ਜੀ ਨੇ ਸੁਣਨਾ ਕੀਤਾ ਹੈ। ਦਰਸ ਕਰੂੰ ਮਨ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਕਰਾਂ। ਦੋਹਲਾ ਪਰਸਨ ਕੋ ਸਮੈ। ਜਵਾਲਾ ਮੁਖੀ ਜੋ ਦੇਵੀ ਹੈ, ਉਹਦੇ ਦਰਸ਼ਨ ਪਰਸਨ ਕਰਨ ਦਾ ਜੋ ਸਮਾਂ ਹੈ, ਆਯੂ ਅਬ ਹੀ ਨੇਰ। ਹੁਣ ਨੇੜੇ ਹੀ ਆ ਗਿਆ ਹੈ। ਤਹ ਮਗ ਸਭ ਨਰ ਲੈ ਚਲੋਂ। ਭਾਈ ਲਹਿਣਾ ਜੀ ਵਿਚਾਰਦੇ ਹਨ ਕਿ ਖਡੂਰ ਦੇ ਸਾਰੇ ਲੋਕਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਚੱਲੋ ਮੁਖੀ ਬਣ ਕੇ, ਤੇ ਹੁਣ ਮੈਂ ਸਾਰੇ ਹੀ ਲੋਕਾਂ ਨੂੰ ਉਸ ਰਸਤੇ ਤੇ ਲੈ ਕੇ ਚੱਲਾਂਗਾ ਲੇਵੋਂ ਦਰਸ਼ਨ ਹੇਰ। ਜਿੱਥੇ ਗੁਰੂ ਨਾਨਕ ਦੇਵ ਜੀ ਰਹਿਣਾ ਕਰਦੇ ਹਨ, ਤੇ ਉਥੇ ਜਾ ਕੇ ਉਹਨਾਂ ਦੇ ਦਰਸ਼ਨ ਕਰ ਲੈਣਾ ਕਰਾਂਗਾ। ਤਬ ਤਹ ਸਿੱਖ ਕੇ ਪਾਸ ਤੇ। ਤਦੋਂ ਉਸ ਸਿੱਖ ਦੇ ਪਾਸੋਂ, ਭਾਵ ਕੀ ਭਾਈ ਜੋਧ ਜੀ ਦੇ ਪਾਸੋਂ, ਸ਼ਬਦ ਕੰਠ ਕਰ ਲੀਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਬਦ ਭਾਈ ਲਹਿਣਾ ਜੀ ਨੇ ਕੰਠ ਕਰ ਲਏ ਹਨ। ਨਿਤ ਪ੍ਰਤ ਪੜ੍ਹੀ ਪ੍ਰੇਮ ਕਰ। ਪ੍ਰੇਮ ਕਰਕੇ ਰੋਜ਼ਾਨਾ ਹੀ ਸ਼ਬਦਾਂ ਨੂੰ ਪੜ੍ਹਨਾ ਕਰਦੇ ਹਨ। ਉਪਜੇ ਭਾਉ ਨਵੀਨ। ਹਿਰਦੇ ਵਿੱਚ ਨਵਾਂ ਹੀ ਪ੍ਰੇਮ ਪੈਦਾ ਹੁੰਦਾ ਹੈ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ। ਚੌਪਈ ਮਿਲਨੇ ਕੀ ਅਭਿਲਾਖਾ ਐਸੇ। ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਮਿਲਾਪ ਕਰਨ ਦੀ ਇਸ ਪ੍ਰਕਾਰ ਇੱਛਾ ਹੈ। ਮਦ ਕਰ ਖੋਜਤ ਪੁਸ਼ਕਰ ਜੈਸੇ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਿਵੇਂ ਭੌਰਾ ਹੈ ਤੇ ਉਹ ਕਮਲ ਦੇ ਫੁੱਲ ਨੂੰ ਲੱਭਦਾ ਫਿਰਦਾ ਹੁੰਦਾ ਹੈ। ਜਿਉ ਮ੍ਰਿਗ ਪਿਆਸੂ ਜਲ ਕੋ ਚਾਹੈ। ਜਿਵੇਂ ਪਿਆਸਾ ਜੋ ਹਿਰਨ ਹੈ, ਉਹ ਜਲ ਦੇ ਵਾਸਤੇ ਬਹੁਤ ਹੀ ਜ਼ਿਆਦਾ ਦੌੜਦਾ ਹੈ। ਜਿਉ ਚਾਤ੍ਰਿਕ ਇੱਕ ਬੂੰਦ ਬਿਨਾ ਹੈ। ਜਿਵੇਂ ਜੋ ਚਾਤਰਕ ਹੈ, ਪਪੀਹਾ ਹੈ, ਤੇ ਉਹ ਇੱਕ ਸਵਾਂਤੀ ਬੂੰਦ ਦੇ ਵਾਸਤੇ ਬੇਨਤੀ ਕਰਦਾ ਹੈ। ਦੇਵੀ ਪਰਸਨ ਦਿਨ ਪੋਹ ਆਇਓ। ਇਸ ਪ੍ਰਕਾਰ ਜੋ ਦੇਵੀ ਦੇ ਦਰਸ਼ਨ ਪਰਸਨ ਕਰਨੇ ਹਨ, ਉਹ ਦਿਨ ਨੇੜੇ ਆ ਗਿਆ ਹੈ। ਸਬਨ ਲਿਜਾਵਨ ਮਨ ਠਹਿਰਾਇਓ। ਤੇ ਸਾਰੇ ਜੋ ਖਡੂਰ ਦੇ ਵਾਸੀ ਹਨ, ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਗੂ ਬਣਾ ਕੇ ਲੈ ਜਾਣ ਦੇ ਵਾਸਤੇ ਠਹਿਰਾਇਆ ਹੈ ਕਿ ਹੁਣ ਆਪਾਂ ਭਾਈ ਲਹਿਣਾ ਜੀ ਨੂੰ ਆਗੂ ਬਣਾ ਕੇ ਦੇਵੀ ਦੇ ਦਰਸ਼ਨਾਂ ਦੇ ਵਾਸਤੇ ਚੱਲਾਂਗੇ। ਅਧਿਕ ਭਏ ਨਰ ਲਹਿਣੇ ਸੰਗਾ। ਇਸ ਪ੍ਰਕਾਰ ਭਾਈ ਲਹਿਣਾ ਜੀ ਨੂੰ ਆਗੂ ਬਣਾਇਆ ਤੇ ਖਡੂਰ ਦੇ ਬਹੁਤੇ ਜੋ ਲੋਕ ਹਨ, ਭਾਈ ਲਹਿਣਾ ਜੀ ਦੇ ਨਾਲ ਹੋ ਗਏ ਹਨ। ਗਮਨੇ ਜਵਾਲਾ ਸਹਿਤ ਉਮੰਗਾ। ਸਹਿਤ ਖੁਸ਼ੀ ਦੇ ਉਹ ਜਵਾਲਾ ਮੁਖੀ ਦੇ ਦਰਸ਼ਨਾਂ ਨੂੰ ਚੱਲੇ ਹਨ। ਸਰਬ ਸੰਗ ਸੂ ਕਹਿਓ ਸੁਨਾਈ। ਭਾਈ ਲਹਿਣਾ ਜੀ ਨੇ ਸਾਰੇ ਸੰਗ ਨੂੰ, ਸਾਰੇ ਜਥੇ ਨੂੰ ਸੁਣਾ ਕਰਕੇ ਕਹਿ ਦਿੱਤਾ ਹੈ। ਅਪਰ ਪੰਥ ਚਲ ਕੇ ਅਬ ਜਾਈ। ਭਾਈ ਲਹਿਣਾ ਜੀ ਕਹਿਣ ਲੱਗੇ ਕਿ ਹੇ ਲੋਕੋ, ਸਾਡਾ ਜੋ ਸਹੁਰਾ ਹੈ ਉਹ ਹੋਰ ਰਸਤੇ ਤੇ ਤੁਹਾਨੂੰ ਲੈ ਕੇ ਜਾਂਦਾ ਸੀ, ਤੇ ਅਸੀਂ ਹੁਣ ਤੁਹਾਨੂੰ ਹੋਰ ਰਸਤੇ ਦੇ ਰਾਹੀਂ ਲੈ ਕੇ ਚੱਲਾਂਗੇ। ਸ੍ਰੀ ਗੁਰੂ ਨਾਨਕ ਪੁਰਖ ਮਹਾਨਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਮਹਾਨ ਸਤਿਗੁਰੂ ਹਨ। ਤਹਿ ਕੋ ਦਰਸ਼ ਕਰਹੁ ਮਤਵਾਨਾ। ਹੇ ਮਤਵਾਨੋ, ਹੇ ਬੁੱਧੀਵਾਨੋ, ਤੁਸੀਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰਸ਼ਨ ਕਰਨਾ ਕਰਿਓ। ਇਹ ਮਗ ਜਾਵਨ ਫਲ ਸੁ ਵਿਸ਼ਾਲੇ। ਇਸ ਰਸਤੇ ਤੇ, ਜਿਸ ਰਸਤੇ ਤੇ ਮੈਂ ਤੁਹਾਨੂੰ ਲੈ ਕੇ ਚੱਲਿਆ ਹਾਂ, ਜੇਕਰ ਆਪਾਂ ਇਸ ਰਸਤੇ ਤੇ ਚੱਲਾਂਗੇ ਤੇ ਬਹੁਤਾ ਹੀ ਭਾਰੀ ਫਲ ਪ੍ਰਾਪਤ ਹੋਣਾ ਕਰੇਗਾ। ਦਵੈ ਕੋ ਦਰਸ਼ਨ ਹੋਏ ਸੁਖਾਲੇ। ਸੁਖਾਲਿਆਂ ਹੀ ਸੌਖਿਆਂ ਹੀ ਦੋਹਾਂ ਦੇ ਦਰਸ਼ਨ ਹੋ ਜਾਣਾ ਕਰਨਗੇ। ਇਉ ਸੁਨ ਨਰ ਬਹੁ ਸੰਗ ਸਿਧਾਰੇ। ਇਸ ਤਰ੍ਹਾਂ ਸੁਣ ਕੇ ਭਾਈ ਲਹਿਣਾ ਜੀ ਦੇ ਨਾਲ ਬਹੁਤੇ ਹੀ ਲੋਕ ਚੱਲ ਪਏ ਹਨ। ਕਹੈ ਕਿ ਚਲੋ ਸੋ ਜੀ ਚੱਲੋ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲੈਣਾ ਕਰਿਓ। ਬਹੁਤ ਭੀਰ ਨਿਜ
ਲੈ ਕਰ ਸੰਗਾ। ਬਹੁਤੀ ਭੀੜ ਆਪਣੇ ਨਾਲ ਲੈ ਕਰਕੇ, ਗਮਣਿਓ ਲਹਿਣਾ ਭਾਗ ਉਤੰਗਾ। ਉੱਚੀਆਂ ਭਾਗਾਂ ਵਾਲਾ ਭਾਈ ਲਹਿਣਾ ਚੱਲ ਪਿਆ ਹੈ। ਕ੍ਰਮ ਕ੍ਰਮ ਸਗਰੂ ਮਾਰਗ ਛੋਰੀ। ਸਹਿਜੇ ਸਹਿਜੇ ਨੰਬਰਵਾਰ ਸਾਰਾ ਹੀ ਰਸਤਾ ਛੱਡਿਆ ਹੈ, ਸਾਰੇ ਰਸਤੇ ਨੂੰ ਲੰਘਿਆ ਹੈ। ਪਹੁੰਚੇ ਪੁਰ ਕਰਤਾਰ ਹੈ ਠੌਰੀ। ਕਰਤਾਰਪੁਰ ਜਿੱਥੇ ਥਾਂ ਹੈ, ਜਿੱਥੇ ਸਤਿਗੁਰੂ ਸਾਹਿਬ ਜੀ ਨੇ ਪਿੰਡ ਵਸਾਇਆ ਹੈ, ਉੱਥੇ ਪਹੁੰਚ ਗਏ ਹਨ। ਵਹਿਰ ਤਿਸਟ ਇੱਕ ਮਨੁਜ ਬੁਝੇਰਾ। ਬਾਹਰ ਇੱਕ ਬੰਦਾ ਖੜੋਤਾ ਹੋਇਆ ਸੀ ਤੇ ਉਹਦੇ ਪਾਸੋਂ ਪੁੱਛਣਾ ਕੀਤਾ ਹੈ, ਇਹ ਜੋ ਗ੍ਰਾਮ ਇਹ ਕਿਸ ਕੇਰਾ। ਭਾਈ ਲਹਿਣਾ ਜੀ ਪੁੱਛਣ ਲੱਗੇ, ਹੇ ਭਾਈ ਇਹ ਜਿਹੜਾ ਪਿੰਡ ਹੈ ਇਹ ਕਿਹਨਾਂ ਦਾ ਹੈ। ਕਹਿ ਸੁਨਰ ਜਗ ਗੁਰਗਤ ਦਾਈ। ਤੇ ਉਹ ਬੰਦਾ ਕਹਿਣ ਲੱਗਾ ਕਿ ਇਹ ਜੋ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਸ਼੍ਰੀ ਨਾਨਕ ਜੋ ਤਪਾ ਕਹਾਈ। ਸੰਸਾਰ ਦੇ ਲੋਕ ਜਿਨ੍ਹਾਂ ਨੂੰ ਤਪਾ ਕਹਿੰਦੇ ਹਨ, ਗੁਰੂ ਕਹਿਣਾ ਕਰਦੇ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪਿੰਡ ਹੈ। ਬਹੁ ਨਰ ਦੂਰ ਦੇਸ਼ ਤੇ ਆਵਹਿ। ਬਹੁਤੇ ਦੂਰੋਂ ਦੂਰੋਂ ਦੇਸਾਂ ਤੋਂ ਲੋਕ ਇਹਨਾਂ ਦੇ ਪਾਸ ਆਉਣਾ ਕਰਦੇ ਹਨ। ਦਰਸ ਕਰਹਿ ਨਿਜ ਇੱਛ ਪੁਜਾਵਹਿ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰਸ਼ਨ ਕਰਦੇ ਹਨ ਤੇ ਆਪਣੀ ਇੱਛਾ ਪੂਰੀ ਕਰਦੇ ਹਨ। ਨਿਜ ਉਪਦੇਸ਼ਿਓ ਜਗ ਮਹਿ ਨਾਮੂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਨਾਮ ਦਾ ਉਪਦੇਸ਼ ਦੇਣਾ ਕੀਤਾ ਹੈ। ਤਿਨ ਕੋ ਜਾਣ ਲੇਹੁ ਇਹੋ ਗ੍ਰਾਮੂ। ਤੇ ਉਹਨਾਂ ਦਾ ਇਹ ਪਿੰਡ ਹੈ, ਇਹ ਤੁਸੀਂ ਜਾਣ ਲੈਣਾ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਿੰਡ ਦੇ ਵਿੱਚ ਰਹਿਣਾ ਕਰਦੇ ਹਨ। ਸੁਨ ਲਹਿਣੇ ਕੈ ਸੰਗੀ ਕਹਿਹੀਂ। ਸੁਣ ਕਰਕੇ ਭਾਈ ਲਹਿਣਾ ਜੀ ਦੇ ਜਿਹੜੇ ਸੰਗੀ ਹਨ ਉਹ ਕਹਿਣਾ ਕਰਦੇ ਹਨ। ਜਿਸ ਕੇ ਸ਼ਬਦ ਪੜ੍ਹਤ ਤੂੰ ਰਹਿਹੀਂ। ਸੰਗੀ ਕਹਿਣ ਲੱਗੇ, ਹੇ ਭਾਈ ਲਹਿਣਾ ਜੀ, ਜਿਨ੍ਹਾਂ ਦੇ ਸ਼ਬਦਾਂ ਨੂੰ ਤੁਸੀਂ ਹਮੇਸ਼ਾ ਹੀ ਪੜ੍ਹਦੇ ਰਹਿੰਦੇ ਹੋ। ਦਰਸ਼ਨ ਨਿਤ ਪ੍ਰਤ ਹਿਰਦੇ ਚਹਤ ਹੈ। ਨਿਤ ਪ੍ਰਤਾ ਰੋਜ਼ਾਨਾ ਹੀ ਤੁਸੀਂ ਜਿਨ੍ਹਾਂ ਦੇ ਦਰਸ਼ਨ ਹਿਰਦੇ ਵਿੱਚ ਚਾਹੁੰਦੇ ਹੋ। ਸੋ ਸ਼੍ਰੀ ਨਾਨਕ ਇਹਾਂ ਬਸਤ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਿੰਡ ਦੇ ਵਿੱਚ ਰਹਿਣਾ ਕਰਦੇ ਹਨ। ਸੁਨ ਹਰਖਿਓ ਨਹਿ ਅੰਗ ਸਮਾਵਹਿ। ਜਦੋਂ ਇਸ ਪ੍ਰਕਾਰ ਸਾਥੀਆਂ ਨੇ ਕਿਹਾ ਤੇ ਭਾਈ ਲਹਿਣਾ ਜੀ ਸੁਣ ਕੇ ਬਹੁਤ ਹੀ ਖੁਸ਼ ਹੋਏ ਤੇ ਜੋ ਖੁਸ਼ੀ ਹੈ ਉਹ ਹਿਰਦੇ ਵਿੱਚ ਸਮਾਉਂਦੀ ਨਹੀਂ ਹੈ। ਜਿਉ ਕਿਰਪਨ ਕੋ ਧਨ ਬਹੁ ਪਾਵਹਿ। ਕਵੀ ਜੀ ਕਹਿੰਦੇ ਹਨ ਕਿ ਜਿਵੇਂ ਕੋਈ ਕੰਜੂਸ ਬੰਦਾ ਧਨ ਪ੍ਰਾਪਤ ਕਰ ਲੈਣਾ ਕਰੇ, ਜਿਵੇਂ ਉਹ ਬਹੁਤਾ ਹੀ ਖੁਸ਼ ਹੁੰਦਾ ਹੈ, ਇਸੇ ਪ੍ਰਕਾਰ ਭਾਈ ਲਹਿਣਾ ਜੀ ਬਹੁਤ ਹੀ ਖੁਸ਼ ਹੋਏ ਹਨ। ਭਇਓ ਠਾਂਡ ਨਿਜ ਸਾਥ ਅਗਾਰੀ। ਆਪਣੇ ਸਾਥ ਦੇ ਨਾਲ, ਆਪਣੇ ਜਥੇ ਦੇ ਨਾਲ ਭਾਈ ਲਹਿਣਾ ਜੀ ਖੜੋ ਗਏ ਹਨ ਅੱਗੇ ਹੋ ਕੇ। ਸਭ ਹਿਨ ਸੋ ਅਸਗੇਰਾ ਉਚਾਰੀ। ਸਾਰਿਆਂ ਨੂੰ ਭਾਈ ਲਹਿਣਾ ਜੀ ਨੇ ਇਸ ਪ੍ਰਕਾਰ ਕਹਿਣਾ ਕੀਤਾ ਹੈ। ਦੋਹਰਾ ਠਹਿਰੋ ਇਹਠਾਂ ਤੁਮ ਸਭ ਹੈ। ਭਾਈ ਲਹਿਣਾ ਜੀ ਕਹਿਣ ਲੱਗੇ, ਹੇ ਸਾਥੀਓ, ਤੁਸੀਂ ਸਾਰੇ ਹੀ ਇਸ ਜਗ੍ਹਾ ਤੇ ਟਿਕਣਾ ਕਰੋ, ਠਹਿਰਨਾ ਕਰੋ। ਹਾਂ ਦਰਸ਼ਨ ਕਰ ਆਏ। ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਉਂਦਾ ਹਾਂ। ਬਹਰੋ ਡੇਰਾ ਕਰੈ ਮਿਲ। ਫਿਰ ਆਪਾਂ ਸਾਰੇ ਹੀ ਮਿਲ ਕੇ ਡੇਰਾ ਕਰਨਾ ਕਰਾਂਗੇ। ਕਿਧੋਂ ਅਗਾਰੀ ਜਾਏ। ਜਾਂ ਆਪਾਂ ਇੱਥੇ ਡੇਰਾ ਕਰ ਲਵਾਂਗੇ ਜਾਂ ਅੱਗੇ ਜਾ ਕਰਕੇ ਡੇਰਾ ਕਰਨਾ ਕਰਾਂਗੇ। ਚੌਪਈ ਅਸ ਕਹਿ ਗ੍ਰਾਮ ਸਾਮੂਹੇ ਗਮਨੰ। ਇਸ ਪ੍ਰਕਾਰ ਆਪਣੇ ਸਾਥੀਆਂ ਨੂੰ ਕਹਿ ਕੇ ਭਾਈ ਲਹਿਣਾ ਜੀ ਕਰਤਾਰਪੁਰ ਪਿੰਡ ਦੇ ਵੱਲ ਸਾਹਮਣੇ ਹੋ ਕੇ ਚੱਲ ਪਏ ਹਨ। ਮਨ ਮੈਂ ਗੁਨੀ ਗੁਰੂ ਗੁਣ ਭਵਨੰ। ਇੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਗੁਣਾਂ ਦੇ ਘਰ ਹਨ, ਸਤਿਗੁਰੂ ਨਾਨਕ ਦੇਵ ਜੀ ਨੇ ਹਿਰਦੇ ਵਿੱਚ ਵਿਚਾਰਿਆ ਹੈ। ਸੇਵਕ ਹਮਰਾ ਆਵਤ ਸੋਈ। ਸਤਿਗੁਰੂ ਜੀ ਨੇ ਵਿਚਾਰਿਆ ਕਿ ਸਾਡਾ ਸੇਵਕ ਆ ਰਿਹਾ ਹੈ। ਮੋਹਿ ਰਾਜ ਕਾ ਧਨੀ ਜੋ ਹੋਈ। ਸਾਡੇ ਗੁਰਤਾ ਨਿਜ ਆਸਨ ਤਜ ਕਰ ਤਬ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਆਸਨ ਛੱਡ ਕਰਕੇ ਤਦੋਂ ਆਏ ਹਨ। ਵਹਿਰ ਗ੍ਰਾਮ ਠਾਂਡੇ ਇਕ ਥਾਈ। ਬਾਹਰ ਪਿੰਡ
ਪਿੰਡ ਤੋਂ ਆ ਗਏ ਹਨ ਤੇ ਇੱਕ ਜਗ੍ਹਾ ਤੇ ਖੜੋ ਗਏ ਹਨ। ਮਿਲੇ ਸਰਬ ਤੇ ਹੋਏ ਨਿਆਰੇ, ਸਾਰਿਆਂ ਤੋਂ ਵੱਖਰੇ ਹੋ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਲੇ ਹਨ। ਸ਼੍ਰੀ ਨਾਨਕ ਲਹਿਣੇ ਨਿਜ ਪਿਆਰੇ, ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਮਿਲੇ ਹਨ, ਜੋ ਬਹੁਤ ਹੀ ਪਿਆਰੇ ਹਨ। ਦੋਹਰਾ ਅਵਲੋਕਤ ਬੋਲਿਓ ਤਬੈ, ਵੇਖ ਕਰਕੇ ਭਾਈ ਲਹਿਣਾ ਜੀ ਬੋਲੇ ਹਨ। ਸ਼੍ਰੀ ਨਾਨਕ ਗੁਣ ਖਾਨ, ਭਾਈ ਲਹਿਣਾ ਜੀ ਕਹਿਣ ਲੱਗੇ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਣਾਂ ਦੀ ਖਾਨ ਹਨ, ਤਿਨ ਦਰਸ਼ਨ ਕੀ ਚਾਹੇ ਮੁਝ, ਉਹਨਾਂ ਦੇ ਦਰਸ਼ਨ ਕਰਨ ਦੀ ਮੈਨੂੰ ਚਾਹਨਾ ਹੈ। ਅਹ ਸੁਕਉਨੇ ਥਾਨ, ਉਹ ਕਿਸ ਅਸਥਾਨ ਤੇ ਹਨ? ਕਿਉਂਕਿ ਭਾਈ ਲਹਿਣਾ ਜੀ ਨੇ ਪਹਿਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ ਸਨ, ਇਸ ਕਰਕੇ ਪਹਿਲੀ ਵਾਰ ਵੇਖੇ ਹਨ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਆਮ ਮਨੁੱਖ ਹੀ ਜਾਣਿਆ ਹੈ। ਇਸ ਕਰਕੇ ਭਾਈ ਲਹਿਣਾ ਜੀ ਪੁੱਛਦੇ ਹਨ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਤੇ ਮਹਾਰਾਜ ਜੀ ਹੁਣ ਕਿਸ ਅਸਥਾਨ ਤੇ ਹਨ? ਚੌਪਈ ਸ਼੍ਰੀ ਪ੍ਰਭ ਸੁਨ ਕੈ ਬੈਨ ਉਚਾਰੇ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣ ਕਰਕੇ ਇਸ ਪ੍ਰਕਾਰ ਬਚਨ ਕਹਿਣਾ ਕੀਤੇ ਹਨ। ਆਵੋ ਤੁਮ ਹਮਰੇ ਸੰਗਾਰੇ, ਮਹਾਰਾਜ ਕਹਿਣ ਲੱਗੇ, ਹੇ ਪੁਰਖਾ ਤੂੰ ਸਾਡੇ ਨਾਲ ਆਉਣਾ ਕਰ। ਸ਼੍ਰੀ ਨਾਨਕ ਕੋ ਦੇਉ ਦਿਖਾਰੇ, ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾ ਦੇਵਾਂਗਾ। ਜਹ ਕੋ ਤੂੰ ਬੂਝਤ ਹਿਤ ਲਾਏ, ਜਿਨ੍ਹਾਂ ਦੇ ਬਾਰੇ ਤੂੰ ਪ੍ਰੇਮ ਲਾ ਕੇ ਪੁੱਛ ਰਿਹਾ ਹੈ, ਜਿਨ੍ਹਾਂ ਦੇ ਤੂੰ ਦਰਸ਼ਨ ਕਰਨਾ ਚਾਹੁੰਦਾ ਹੈ, ਮੇਰੇ ਨਾਲ ਆਉਣਾ ਕਰ, ਮੈਂ ਦਰਸ਼ਨ ਕਰਵਾ ਦਿੰਦਾ ਹਾਂ। ਅਸ ਕਹਿ ਸ਼੍ਰੀ ਗੁਰ ਚਲੇ ਅਗਾਰੀ, ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੈਦਲ ਅੱਗੇ ਚੱਲੇ ਹਨ। ਇਹ ਬਾਜਨ ਪਰ ਜਾਏ ਪਿਛਾਰੀ, ਤੇ ਭਾਈ ਲਹਿਣਾ ਜੀ ਘੋੜੀ ਦੇ ਉੱਪਰ ਚੜੇ ਹੋਏ ਪਿੱਛੇ ਪਿੱਛੇ ਚੱਲ ਰਹੇ ਹਨ। ਪਹੁੰਚੇ ਜਬ ਸਮੀਪ ਧਰਮਸ਼ਾਲਾ, ਜਦੋਂ ਧਰਮਸ਼ਾਲਾ ਦੇ ਨੇੜੇ ਪਹੁੰਚ ਗਏ ਹਨ, ਬੋਲੇ ਠਾਂਡੇ ਹੋਏ ਕਿਰਪਾਲਾ, ਕਿਰਪਾਲੂ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੜੋ ਕਰਕੇ ਬੋਲੇ ਹਨ। ਬੜਵਾ ਪਰ ਤੇ ਅਬ ਉਤਰੀ ਜੈ, ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਭਾਈ ਪੁਰਖਾ ਹੁਣ ਤੂੰ ਘੋੜੀ ਤੋਂ ਉਤਰਨਾ ਕਰ। ਇਸ ਕਾਸ਼ਟ ਕੇ ਸੰਗ ਬੰਧੀ ਜੈ, ਇਹ ਜੋ ਸਾਹਮਣੇ ਲੱਕੜੀ ਹੈ, ਇਸ ਲੱਕੜੀ ਦੇ ਨਾਲ ਤੂੰ ਘੋੜੀ ਬੰਨ ਦੇਣਾ ਕਰ। ਤੁਮਰੇ ਸਨਮੁਖ ਹੈ ਦਰਜੋ, ਤੇਰੇ ਸਾਹਮਣੇ ਇਹ ਜੋ ਵੱਡਾ ਦਰਵਾਜ਼ਾ ਹੈ ਧਰਮਸ਼ਾਲਾ ਦਾ, ਪਰਵੇਸ਼ੋ ਤਿਸ ਮਹਿ ਦਰਸ਼ੋ ਸੋ, ਇਸ ਧਰਮਸ਼ਾਲਾ ਦੇ ਅੰਦਰ ਤੂੰ ਪ੍ਰਵੇਸ਼ ਹੋਣਾ ਕਰੀ, ਤੇ ਫਿਰ ਤੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣਾ ਕਰਨਗੇ। ਦੋਹਰਾ ਇਸ ਪ੍ਰਕਾਰ ਮ੍ਰਿਦ ਬਚਨ ਕਹੇ, ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਮਲ ਬਚਨ ਕਹਿ ਕਰਕੇ ਤਹ ਤੇ ਆਗੇ ਜਾਏ, ਉਸ ਤੋਂ ਅੱਗੇ ਜਾ ਕਰਕੇ ਲਘੁਦਰ ਧਰਮਸ਼ਾਲਾ ਦੁਤੇ, ਦੂਸਰੇ ਪਾਸੇ ਧਰਮਸ਼ਾਲਾ ਦਾ ਛੋਟਾ ਦਰਵਾਜ਼ਾ ਸੀ, ਉਸ ਦੇ ਰਾਹੀਂ ਪ੍ਰਵੇਸ਼ੇ ਗੁਰ ਗਤ ਦਾਏ, ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵੇਸ਼ ਹੋਏ ਹਨ। ਧਰਮਸ਼ਾਲਾ ਦਾ ਜੋ ਛੋਟਾ ਦਰਵਾਜ਼ਾ ਸੀ, ਉਸ ਦੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਮਸ਼ਾਲਾ ਦੇ ਅੰਦਰ ਪ੍ਰਵੇਸ਼ ਹੋਏ ਹਨ। ਚੌਪਈ ਅੰਤਰ ਜਾਏ ਸਿੰਘਾਸਨ ਬੈਸੇ, ਧਰਮਸ਼ਾਲਾ ਦੇ ਅੰਦਰ ਜਾ ਕੇ ਸਤਿਗੁਰੂ ਸਾਹਿਬ ਜੀ ਸਿੰਘਾਸਨ ਉੱਪਰ ਬੈਠ ਗਏ ਹਨ। ਧਰਿਓ ਸਰੀਰ ਸ਼ਾਂਤ ਰਸ ਜੈਸੇ, ਮੰਨੋ ਕਿ ਜੋ ਸ਼ਾਂਤ ਰਸ ਹੈ, ਉਸਨੇ ਹੀ ਗੁਰੂ ਨਾਨਕ ਦੇਵ ਜੀ ਦਾ ਸਰੀਰ ਧਾਰਨ ਕੀਤਾ ਹੈ। ਬਾਂਧ ਤੁਰੰਗਨ ਲਹਿਣਾ ਗਇਓ, ਭਾਈ ਲਹਿਣਾ ਜੀ ਘੋੜੇ ਨੂੰ ਬੰਨ ਕਰਕੇ ਧਰਮਸ਼ਾਲਾ ਦੇ ਅੰਦਰ ਗਏ ਹਨ। ਸ਼੍ਰੀ ਨਾਨਕ ਕੋ ਦੇਖਤ ਪਇਓ, ਤੇ ਦਰਸ਼ਨ ਕਰਨਾ ਕੀਤੇ ਹਨ। ਸ਼ਰਨ ਸ਼ਰਨ ਕਹਿ ਬੰਧਨ ਕੀਨੀ, ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੀ ਸ਼ਰਨ ਹਾਂ, ਸ਼ਰਨ ਹਾਂ। ਇਸ ਪ੍ਰਕਾਰ ਕਹਿ ਕੇ ਨਮਸਕਾਰ ਕੀਤੀ ਹੈ। ਅਤ ਸ਼ਰਧਾ ਮਹਿ ਮਤ ਜਹ ਭੀਨੀ, ਜਿਨ੍ਹਾਂ ਦੀ ਮਤ ਬਹੁਤੀ ਸ਼ਰਧਾ ਦੇ ਵਿੱਚ ਭਿੱਜ ਗਈ ਹੈ, ਲੀਨ ਹੋ ਗਈ ਹੈ। ਬੈਠ ਪਛਾਨਿਓ ਯਹ ਹੈ ਇਹ ਸੋਈ, ਇਸ ਪ੍ਰਕਾਰ ਭਾਈ ਲਹਿਣਾ ਜੀ ਨਮਸਕਾਰ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਬੈਠ ਗਏ ਹਨ।
ਤੇ ਫਿਰ ਪਛਾਣਿਆ ਹੈ ਕਿ ਇਹ ਤਾਂ ਉਹੀ ਹਨ ਪੰਥ ਬਤਾਵਤ ਆਵਤ ਜੋਈ। ਜਿਹੜੇ ਮੈਨੂੰ ਰਸਤਾ ਦੱਸਦੇ ਹੋਏ ਅੱਗੇ ਅੱਗੇ ਆ ਰਹੇ ਸਨ, ਉਹ ਤਾਂ ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਅਚਰਜ ਗੁਣ ਕੈ ਭਇਓ ਹਰਾਨਾ। ਅਚਰਜ ਵਿਚਾਰ ਕਰਕੇ ਬਹੁਤ ਹੀ ਹੈਰਾਨ ਹੋ ਗਿਆ ਹੈ ਭਾਈ ਲਹਿਣਾ। ਆਓ ਗੁਣ ਵੱਡੋ ਆਪ ਤੇ ਜਾਨਾ। ਤੇ ਭਾਈ ਲਹਿਣਾ ਜੀ ਨੇ ਵਿਚਾਰਿਆ ਕਿ ਮੇਰੇ ਪਾਸੋਂ ਬਹੁਤ ਹੀ ਵੱਡਾ ਔਗਣ ਹੋ ਗਿਆ ਹੈ, ਗੁਨਾਹ ਹੋ ਗਿਆ ਹੈ। ਹਿਰਦੇ ਬਿਸੂਰਤ ਜੇ ਹਉ ਜਾਨਤ। ਤੇ ਭਾਈ ਲਹਿਣਾ ਜੀ ਹਿਰਦੇ ਵਿੱਚ ਝੂਰਦੇ ਹਨ ਤੇ ਕਹਿੰਦੇ ਹਨ ਕਿ ਜੇਕਰ ਮੈਂ ਜਾਣਦਾ ਹੁੰਦਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਉਤਰ ਤੁਰੰਗਨ ਬੰਧਨ ਠਾਨਤ। ਛੇਤੀ ਘੋੜੀ ਤੋਂ ਉਤਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ, ਪਰ ਮੈਨੂੰ ਪਤਾ ਨਹੀਂ ਸੀ। ਦੋਹਰਾ ਪੀਤ ਭਇਓ ਬਿਸਮਾਦਿਓ। ਇਸ ਪ੍ਰਕਾਰ ਭਾਈ ਲਹਿਣਾ ਜੀ ਬਹੁਤ ਹੀ ਡਰ ਗਏ ਕਿ ਮੇਰੇ ਪਾਸੋਂ ਗੁਨਾਹ ਹੋਇਆ ਹੈ, ਤੇ ਇਸ ਪ੍ਰਕਾਰ ਹੈਰਾਨ ਹੋਏ ਹਨ। ਨਹਿ ਬੋਲੇ ਕਛੁ ਬੈਨ। ਤੇ ਫਿਰ ਕੋਈ ਵੀ ਬਚਨ ਨਹੀਂ ਬੋਲਣਾ ਕੀਤਾ ਹੈ। ਬੜੀ ਭੂਲ ਮੋਤੇ ਪਈ। ਭਾਈ ਲਹਿਣਾ ਜੀ ਕਹਿੰਦੇ ਕਿ ਮੇਰੇ ਪਾਸੋਂ ਬਹੁਤ ਹੀ ਵੱਡੀ ਭੁੱਲ ਹੋ ਗਈ ਹੈ। ਰਹਿਓ ਨੀਚ ਕਰਨੈਨ। ਇਸ ਪ੍ਰਕਾਰ ਭਾਈ ਲਹਿਣਾ ਜੀ ਨੇ ਆਪਣੇ ਜੋ ਨੇਤਰ ਹਨ ਨੀਵੇਂ ਕਰ ਲਏ ਹਨ। ਚੌਪਈ ਹਉ ਬਾਜਨ ਪਰ ਚੜਿਓ ਕੁਭਾਗਾ। ਭਾਈ ਲਹਿਣਾ ਜੀ ਮਨ ਦੇ ਵਿੱਚ ਵਿਚਾਰਦੇ ਕਿ ਮੈਂ ਖੋਟਿਆਂ ਭਾਗਾਂ ਵਾਲਾ ਹਾਂ, ਜੋ ਘੋੜੀ ਦੇ ਉੱਪਰ ਹੀ ਚੜਿਆ ਰਿਹਾ ਹਾਂ। ਪਗ ਸੋ ਚੱਲ ਆਏ ਮੁਰ ਆਗਾ। ਗੁਰੂ ਸਾਹਿਬ ਜੀ ਪੈਰਾਂ ਦੇ ਨਾਲ ਚੱਲ ਕੇ, ਪੈਦਲ ਚੱਲ ਕੇ ਮੇਰੇ ਅੱਗੇ ਅੱਗੇ ਆਏ ਹਨ। ਇਹ ਬੜ ਗੁਣ ਹੈ ਸਿਮਹ ਕਿਉ ਮੇਰਾ। ਇਹ ਬਹੁਤ ਹੀ ਵੱਡਾ ਗੁਨਾਹ ਹੋ ਗਿਆ ਹੈ ਮੇਰੇ ਪਾਸੋਂ, ਤੇ ਇਹ ਜਿਹੜਾ ਗੁਨਾਹ ਹੈ ਇਹ ਕਿਵੇਂ ਮਾਫ ਕਰਨਗੇ। ਇਸ ਬਿਦ ਸੋਚਤ ਭਇਓ ਘਨੇਰਾ। ਇਸ ਪ੍ਰਕਾਰ ਭਾਈ ਲਹਿਣਾ ਜੀ ਬਹੁਤ ਹੀ ਸੋਚ ਰਹੇ ਹਨ। ਸ੍ਰੀ ਨਾਨਕ ਸਭ ਮਨ ਕੀ ਜਾਨੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਹਨ। ਭਾਈ ਲਹਿਣਾ ਜੀ ਨੇ ਮਨ ਦੇ ਵਿੱਚ ਜੋ ਵੀ ਵਿਚਾਰ ਕੀਤੀ ਹੈ, ਸਤਿਗੁਰੂ ਸਾਹਿਬ ਜੀ ਸਾਰੇ ਹੀ ਹਾਲਤ ਜਾਣ ਗਏ ਹਨ। ਕਿਰਪਾ ਨਿਧਾਨ ਕਹੇ ਮ੍ਰਿਦਬਾਨੀ। ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਜੀ ਨੇ ਕੋਮਲ ਬਚਨ ਭਾਈ ਲਹਿਣਾ ਜੀ ਨੂੰ ਕਹਿਣਾ ਕੀਤੇ ਹਨ। ਪੁਰਖਾ ਕੁਸ਼ਲ ਤੁਮਾਰੈ ਅਹੇ। ਮਹਾਰਾਜ ਕਹਿਣ ਲੱਗੇ, ਹੇ ਭਾਈ ਪੁਰਖਾ, ਤੇਰਾ ਜੋ ਸਰੀਰ ਹੈ ਇਹ ਸੁਖ ਸ਼ਾਂਤ ਹੈ, ਰਾਜੀ ਖੁਸ਼ੀ ਹੈ। ਸੁਨਤ ਸ਼੍ਰੋਨ ਲਹਿਨੇ ਬਚ ਕਹੇ। ਸੁਣ ਕਰਕੇ ਕੰਨਾਂ ਵਿੱਚ ਭਾਈ ਲਹਿਣਾ ਜੀ ਨੇ ਇਸ ਪ੍ਰਕਾਰ ਬਚਨ ਕਹਿਣਾ ਕੀਤੇ ਹਨ। ਤੁਮ ਦਰਸ਼ਨ ਤੇ ਪਰਮ ਆਨੰਦਾ। ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਬਹੁਤਾ ਹੀ ਆਨੰਦ ਪ੍ਰਾਪਤ ਭਇਓ ਮੋਹਿ ਸੁਖ ਕੰਦਾ। ਮਹਾਰਾਜ ਤੁਸੀਂ ਸੁੱਖਾਂ ਦੇ ਬੱਦਲ ਹੋ, ਸੁੱਖਾਂ ਦੇ ਮੁੱਢ ਹੋ। ਤੁਹਾਡੇ ਦਰਸ਼ਨ ਕਰਕੇ ਮੈਨੂੰ ਬਹੁਤਾ ਹੀ ਸੁਖ ਪ੍ਰਾਪਤ ਹੋਇਆ ਹੈ, ਆਨੰਦ ਪ੍ਰਾਪਤ ਹੋਇਆ ਹੈ। ਵੇਖ ਭਗਤ ਦੇਵੀ ਕੋ ਸਭ ਹੀ। ਭਾਈ ਲਹਿਣਾ ਜੀ ਨੇ ਸਰੀਰ ਦੇ ਉੱਪਰ ਜੋ ਦੇਵੀ ਦਾ ਜੋ ਲਿਬਾਸ ਧਾਰਨ ਕੀਤਾ ਸੀ, ਜਿਵੇਂ ਦੇਵੀ ਦੇ ਜੋ ਭਗਤ ਧਾਰਨ ਕਰਨਾ ਕਰਦੇ ਹਨ। ਕਰ ਵਿਚਾਰ ਕੋ ਤਿਆਗਿਓ ਤਬ ਹੀ। ਵਿਚਾਰ ਕਰਕੇ ਉਹ ਸਾਰਾ ਹੀ ਤਿਆਗ ਦਿੱਤਾ ਹੈ, ਦੂਰ ਕਰ ਦੇਣਾ ਕੀਤਾ ਹੈ। ਪਗ ਸੋ ਘੁੰਗਰੂ ਬਾਂਧੇ ਜੋ। ਪੈਰਾਂ ਵਿੱਚ ਜੋ ਘੁੰਗਰੂ ਬੰਨੇ ਸਨ ਉਹ ਸਾਰੇ ਹੀ ਤੋੜ ਦਿਏ ਤੂਰਨ ਤਬ ਸੋ। ਤੋੜ ਦਿੱਤੇ ਹਨ ਤੇ ਤੋੜ ਕਰਕੇ ਦੂਰ ਕਰ ਦਿੱਤੇ ਹਨ, ਸੁੱਟ ਦਿੱਤੇ ਹਨ ਛੇਤੀ ਹੀ। ਔਰ ਤੇ ਖਿਆਲ ਸੀ ਉਹ ਵੀ ਸਾਰਾ ਦੂਰ ਕਰ ਦੇਣਾ ਕੀਤਾ ਹੈ। ਹੋਏ ਰਹਿਓ ਗੁਰ ਚਰਨ ਆਧਾਰੀ। ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਆਸਰੇ ਹੋ ਗਏ ਹਨ। ਦੋਹਰਾ ਉਰ ਮਹਿ ਕਰਤ ਵਿਚਾਰ ਪੁਨ। ਫਿਰ ਭਾਈ ਲਹਿਣਾ ਜੀ ਹਿਰਦੇ ਵਿੱਚ ਵਿਚਾਰ ਕਰਦੇ ਹਨ। ਅੰਤਰ ਜਾਮੀ ਜੇ। ਵਿਚਾਰਦੇ ਹਨ ਕਿ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਹਨ, ਵਿਦਾ ਕਰਹਿ ਮੁਝ ਸਦਨ ਕੋ। ਤਾਂ ਗੁਰੂ ਸਾਹਿਬ ਜੀ ਮੈਨੂੰ ਕਹਿ ਕਰਕੇ ਘਰ ਦੇ ਵੱਲ ਵਿਦਾ ਕਰਨਾ ਕਰਨ। ਆਪੇ ਆਇਸ ਦੇ। ਗੁਰੂ ਸਾਹਿਬ ਜੀ ਮੈਨੂੰ ਆਪ ਆਗਿਆ ਦੇਣ ਕਿ ਹੇ ਪੁਰਖਾ ਹੁਣ ਤੂੰ ਘਰੇ ਚਲੇ ਜਾਣਾ ਕਰ।
ਇਸ ਪ੍ਰਕਾਰ ਗੁਰੂ ਸਾਹਿਬ ਜੀ ਮੈਨੂੰ ਆਪ ਕਹਿਣਾ ਕਰਨ। ਚੌਪਈ ਉਰ ਮਹਿ ਧਰ ਕੇ ਭਾਉ ਘਨੇਰੋ, ਹਿਰਦੇ ਵਿੱਚ ਬਹੁਤਾ ਹੀ ਪ੍ਰੇਮ ਧਾਰਨ ਕਰਕੇ ਪੁਨ ਆਵੋਂ ਮੈਂ ਦਰਸ਼ਨ ਹੇਰੋਂ। ਜਿਵੇਂ ਹੋਰ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਹਨ, ਉਹਨਾਂ ਦੇ ਵਾਂਗ ਹਿਰਦੇ ਵਿੱਚ ਸ਼ਰਧਾ ਪ੍ਰੇਮ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਆਵਾਂਗਾ। ਹਿਰਦੈ ਮਨੋਰਥ ਜਬ ਹੈ ਉਠਾਨਾ, ਜਦੋਂ ਭਾਈ ਲਹਿਣਾ ਜੀ ਨੇ ਹਿਰਦੇ ਵਿੱਚ ਇਹ ਮਨੋਰਥ ਉਠਾਇਆ ਹੈ, ਸੰਕਲਪ ਉਠਾਇਆ ਹੈ। ਗੁਣ ਖਾਨੀ ਤਬ ਬਚਨ ਬਖਾਨਾ, ਗੁਣਾਂ ਦੀ ਖਾਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਦੋਂ ਕਹਿਣਾ ਕੀਤਾ ਹੈ। ਪੁਰਖਾ ਜਾਨੋ ਜਹ ਥਲ ਮਾਹੀ, ਮਹਾਰਾਜ ਕਹਿਣ ਲੱਗੇ, ਹੇ ਭਾਈ ਪੁਰਖਾ, ਤੂੰ ਜਿਸ ਜਗ੍ਹਾ ਤੇ ਜਾਣਾ ਸੀ, ਵੇਖ ਉਤਾਰਿਓ ਜਾਹੁ ਕੇ ਨਾਹੀ। ਹੁਣ ਤੂੰ ਉਹ ਜਿਹੜਾ ਲਿਬਾਸ ਹੈ, ਭੇਖ ਹੈ, ਉਹ ਤੂੰ ਉਤਾਰ ਦੇਣਾ ਕੀਤਾ ਹੈ, ਤੇ ਹੁਣ ਤੂੰ ਉਸ ਜਗ੍ਹਾ ਤੇ ਜਾਵੇਂਗਾ ਜਾਂ ਨਹੀਂ ਜਾਵੇਂਗਾ। ਸੁਨਹੁ ਪ੍ਰਭੂ ਮਦ ਟੂਰਨ ਹੇਤਾ, ਤੇ ਭਾਈ ਲਹਿਣਾ ਜੀ ਕਹਿਣ ਲੱਗੇ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪ ਜੀ ਸੋਨਾ ਕਰੋ। ਜਿਵੇਂ ਕੋਈ ਬੰਦਾ ਸ਼ਹਿਦ ਲੱਭਣ ਦੇ ਵਾਸਤੇ ਕੋਏ ਚ ਗਨਮਿਓ ਸ਼ੂਰ ਨਿਕੇਤਾ, ਘਰ ਨੂੰ ਛੱਡ ਕਰਕੇ ਸ਼ਹਿਦ ਲੱਭਣ ਦੇ ਵਾਸਤੇ ਗਿਆ ਹੋਵੇ, ਤਹ ਕੋ ਮਗ ਮਹਿ ਅੰਮ੍ਰਿਤ ਪਾਈ। ਰਸਤੇ ਵਿੱਚ ਉਸ ਨੂੰ ਅੰਮ੍ਰਿਤ ਪ੍ਰਾਪਤ ਹੋ ਜਾਣਾ ਕਰੇ। ਸੋ ਨਰ ਕਿਉ ਮਦ ਟੂਰਨ ਜਾਈ। ਮਹਾਰਾਜ, ਜਿਸ ਬੰਦੇ ਨੂੰ ਰਸਤੇ ਵਿੱਚ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ, ਉਹ ਬੰਦਾ ਫਿਰ ਸ਼ਹਿਦ ਲੱਭਣ ਦੇ ਵਾਸਤੇ ਕਿਉਂ ਜਾਵੇਗਾ, ਭਾਵ ਕੀ ਨਹੀਂ ਜਾਣਾ ਕਰੇਗਾ। ਮੁਸਕਤ ਬੂਝਿਓ ਪ੍ਰਭੂ ਬਹੋਰੀ, ਮੁਸਕਰਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਪੁੱਛਿਆ ਹੈ। ਪੁਰਖਾ ਸਦਨ ਅਹੈ ਕਿਸ ਠੌਰੀ। ਮਹਾਰਾਜ ਕਹਿਣ ਲੱਗੇ, ਹੇ ਭਾਈ ਪੁਰਖਾ, ਤੇਰਾ ਘਰ ਕਿਸ ਥਾਂ ਤੇ ਹੈ? ਕੌਣ ਨਾਮ ਨਿਜ ਦੇਹ ਬਤਾਈ। ਤੇਰਾ ਨਾਮ ਕੀ ਹੈ, ਸਾਨੂੰ ਦੱਸ ਦੇਣਾ ਕਰ। ਸੁਨ ਬੋਲਿਓ ਲਹਿਣਾ ਸੁਖ ਪਾਈ। ਸੁਖ ਪਾ ਕਰਕੇ ਭਾਈ ਲਹਿਣਾ ਜੀ ਤਦੋਂ ਬੋਲੇ ਹਨ, ਹੇ ਸਤਿਗੁਰ ਤੁਮ ਬਖਸ਼ਨ ਹਾਰੇ। ਭਾਈ ਲਹਿਣਾ ਜੀ ਕਹਿਣ ਲੱਗੇ, ਹੇ ਸਤਿਗੁਰੂ ਜੀ, ਆਪ ਜੀ ਬਖਸ਼ਣ ਵਾਲੇ ਹੋ ਪਾਪਾਂ ਨੂੰ, ਔਗਣਾਂ ਨੂੰ। ਗ੍ਰਾਮ ਖਡੂਰ ਨਿਕੇਤ ਹਮਾਰੇ। ਮਹਾਰਾਜ, ਮੇਰਾ ਜੋ ਘਰ ਹੈ ਉਹ ਖਡੂਰ ਪਿੰਡ ਦੇ ਵਿੱਚ ਹੈ। ਲਹਿਣਾ ਨਾਮ ਕਹਤ ਹੈ ਮੇਰਾ। ਸਾਰੇ ਲੋਕ ਮੈਨੂੰ ਲਹਿਣਾ ਨਾਮ ਕਹਿ ਕੇ ਪੁਕਾਰਦੇ ਹਨ, ਕਹਿਣਾ ਕਰਦੇ ਹਨ। ਸੁਨਿਓ ਸੁਜਸ ਮੈਂ ਰਾਵਰ ਕੇਰਾ। ਮਹਾਰਾਜ, ਮੈਂ ਆਪ ਜੀ ਦਾ ਸ੍ਰੇਸ਼ਟ ਜਸ ਸੁਣਨਾ ਕੀਤਾ ਹੈ। ਬਹੁਤ ਦਿਵਸ ਕੀ ਦਰਸ਼ਨ ਚਾਹੀ। ਆਪ ਜੀ ਦੇ ਦਰਸ਼ਨ ਕਰਨ ਦੇ ਬਹੁਤੇ ਹੀ ਦਿਨਾਂ ਦੀ ਚਾਹਨਾ ਸੀ, ਇੱਛਾ ਸੀ। ਮਨ ਅਬ ਕਰਖ ਬੋਲ ਲਿਏ ਪਾਹੀ। ਮਹਾਰਾਜ, ਆਪ ਜੀ ਨੇ ਮੇਰੇ ਮਨ ਨੂੰ ਖਿੱਚ ਕਰਕੇ ਆਪਣੇ ਪਾਸ ਬੁਲਾ ਲੈਣਾ ਕੀਤਾ ਹੈ। ਇਹ ਸੁਗੰਧ ਕੀਰਤੀ ਪਾਵਨ। ਮਹਾਰਾਜ, ਆਪ ਜੀ ਦੀ ਜੋ ਕੀਰਤੀ ਹੈ, ਇਹ ਬਹੁਤ ਹੀ ਪਵਿੱਤਰ ਅਤੇ ਸੁਗੰਧੀ ਵਾਲੀ ਹੈ। ਹਵੈ ਆਇਓ ਮੈਂ ਭੌਰ ਲੁਭਾਵਨ। ਮਹਾਰਾਜ, ਮੈਂ ਭੌਰੇ ਵਾਂਗ ਲੁਭਾਏਮਨ ਹੋ ਕਰਕੇ ਆਪ ਜੀ ਦੇ ਪਾਸ ਆਇਆ ਹਾਂ। ਸ੍ਰੀ ਗੁਰੂ ਕਹੇ ਲਹਿਣੇ ਤੈ ਲਹਿਣਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਹੇ ਭਾਈ ਲਹਿਣਾ ਜੀ, ਤੁਸੀਂ ਸਾਡੇ ਪਾਸੋਂ ਲੈਣਾ ਹੈ। ਸੁਨ ਪੁਰਖਾ ਹਮਨੇ ਹੈ ਦੇਣਾ। ਹੇ ਪੁਰਖਾ, ਸੁਣਨਾ ਕਰ, ਅਸੀਂ ਹੋਰਾ ਅਬ ਜਾਵਹੁ ਪੁਨ ਆਈਐ। ਹੁਣ ਤੁਸੀਂ ਆਪਣੇ ਘਰੇ ਜਾਣਾ ਕਰੋ, ਫਿਰ ਆ ਜਾਇਓ। ਵੈ ਕੈ ਆਪਣੇ ਧਾਮ। ਆਪਣੇ ਘਰ ਹੋ ਕਰਕੇ ਫਿਰ ਤੋਂ ਤੁਸੀਂ ਸਾਡੇ ਪਾਸ ਆ ਜਾਣਾ ਕਰਿਓ। ਸੁਨ ਲਹਿਣਾ ਹਰਖਿਓ ਹਿਰਦੇ। ਜਦੋਂ ਸਤਿਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਕਿਹਾ ਤੇ ਸੁਣ ਕਰਕੇ ਭਾਈ ਲਹਿਣਾ ਜੀ ਬਹੁਤ ਹੀ ਖੁਸ਼ ਹੋਏ ਹਨ। ਜਿਉ ਆਮੀ ਖਵੈ ਆਮ। ਕਵੀ ਜੀ ਕਹਿੰਦੇ ਕਿ ਜਿਵੇਂ ਕਿਸੇ ਨੇ ਅੰਬ ਖਾਣਾ ਹੋਵੇ ਤੇ ਉਸ ਨੂੰ ਅੰਬ ਦੀ ਪ੍ਰਾਪਤੀ ਹੋ ਜਾਵੇ ਤੇ ਉਹ ਅੰਬ ਖਾ ਕੇ ਜਿਵੇਂ ਬਹੁਤ ਹੀ ਖੁਸ਼ ਹੁੰਦਾ ਹੈ, ਇਸੇ ਪ੍ਰਕਾਰ ਭਾਈ ਲਹਿਣਾ ਜੀ ਬਹੁਤ ਹੀ ਖੁਸ਼ ਹੋਏ ਹਨ। ਚੌਪਈ ਹੈ ਸ਼੍ਰੀ ਨਾਨਕ ਅੰਤਰਜਾਮੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰਜਾਮੀ ਹਨ। ਮੈਂ ਚਿਤ ਵੀ ਚਿਤ ਜਾਨੀ ਸੁਆਮੀ। ਭਾਈ ਲਹਿਣਾ ਜੀ ਵਿਚਾਰਦੇ ਕਿ ਜੋ ਚਿੱਤ ਦੇ ਵਿੱਚ ਮੈਂ ਵਿਚਾਰ ਕੀਤੇ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੇਕਰ ਅੰਤਰਜਾਮੀ ਹਨ ਤੇ ਮੈਨੂੰ ਘਰ ਜਾਣ ਦੇ ਵਾਸਤੇ ਕਹਿਣਾ ਕਰਨ,
ਉਹ ਸਾਰੀ ਹੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣ ਗਏ ਹਨ। ਆਇਸ ਸਿਰ ਧਰ ਕਲੁਖ ਨਿਕੰਦਨ, ਤੇ ਕਲਖਾਂ ਨੂੰ ਭਾਵ ਕੀ ਪਾਪਾਂ ਨੂੰ ਕੱਟਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਗਿਆ ਸਿਰ ਧਾਰਨ ਕਰਕੇ ਭਾਵ ਕੀ ਸਿਰ ਮੱਥੇ ਪ੍ਰਵਾਨ ਕਰਕੇ ਹਾਥ ਬੰਦ ਪਦ ਕੀਨੀ ਬੰਦਨ, ਹੱਥ ਜੋੜ ਕਰਕੇ ਭਾਈ ਲਹਿਣਾ ਜੀ ਨੇ ਚਰਨਾਂ ਤੇ ਨਮਸਕਾਰ ਕੀਤੀ ਹੈ। ਹੋਏ ਬਿਦਾ ਸ੍ਰੀ ਗੁਰ ਤੇ ਆਵਾ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਵਿਦਾ ਹੋ ਕਰਕੇ ਭਾਈ ਲਹਿਣਾ ਜੀ ਆਏ ਹਨ। ਮਿਲ ਸੰਗਤ ਸੋ ਵਾਕ ਅਲਾਵਾ, ਜਿੱਥੇ ਸਾਰਾ ਜਥਾ ਹੈ ਜਿਸ ਨੂੰ ਲੈ ਕਰਕੇ ਆਏ ਸਨ ਖਟੂਰ ਤੋਂ, ਉਹਨਾਂ ਦੇ ਪਾਸ ਆਏ ਹਨ ਤੇ ਮਿਲ ਕਰਕੇ ਸਾਰਿਆਂ ਨੂੰ ਕਿਹਾ ਹੈ। ਸਭ ਸੋ ਰਾਮ ਰਾਮ ਹੈ ਮੇਰੇ, ਭਾਈ ਲਹਿਣਾ ਜੀ ਕਹਿਣ ਲੱਗੇ ਕਿ ਆਪ ਤੁਹਾਡੇ ਸਾਰਿਆਂ ਦੇ ਨਾਲ ਮੇਰੀ ਰਾਮ ਰਾਮ ਹੈ, ਭਾਵ ਕਿ ਅੱਜ ਤੋਂ ਮੈਂ ਤੁਹਾਡਾ ਜੋ ਸਾਥ ਛੱਡ ਦਿੱਤਾ ਹੈ, ਇਸ ਪ੍ਰਕਾਰ ਮੇਰੀ ਰਾਮ ਰਾਮ ਹੈ। ਮਨ ਇੱਛਾ ਘਰ ਮੁਰਨੇ ਕੇਰੀ, ਇਸ ਪ੍ਰਕਾਰ ਭਾਈ ਲਹਿਣਾ ਜੀ ਕਹਿੰਦੇ ਕਿ ਮੇਰੀ ਜੋ ਇੱਛਾ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਰੀ ਕਰ ਦਿੱਤੀ ਹੈ। ਬਿਸਮਾਏ ਸਾਥੀ ਸੁਨ ਬੈਨਾ, ਜਦੋਂ ਇਸ ਪ੍ਰਕਾਰ ਭਾਈ ਲਹਿਣਾ ਜੀ ਨੇ ਕਿਹਾ, ਜਿਤਨੇ ਵੀ ਸਾਥੀ ਸੀ ਸਾਰੇ ਸੁਣ ਕਰਕੇ ਬਹੁਤ ਹੀ ਹੈਰਾਨ ਹੋਏ ਹਨ। ਕਹਿਣ ਲਗੇ ਕਿਉਂ ਜਾਵੋ ਐਨਾ, ਕਹਿਣ ਲੱਗੇ ਹਨ ਕਿ ਹੇ ਭਾਈ ਲਹਿਣਾ ਜੀ ਤੁਸੀਂ ਆਪਣੇ ਘਰੇ ਕਿਉਂ ਜਾਣਾ ਚਾਹੁੰਦੇ ਹੋ? ਨਹੀਂ ਚਲਤ ਅਬ ਜਵਾਲਾ ਭਾਉਨਾ, ਤੁਸੀਂ ਹੁਣ ਕਿਉਂ ਨਹੀਂ ਜਵਾਲਾ ਮੁਖੀ ਦੇ ਮੰਦਰ ਵੱਲ ਜਾਣਾ ਚਾਹੁੰਦੇ ਹੋ? ਇਹ ਸੰਗ ਕੋ ਮਾਲਕ ਕੌਨਾ, ਤੁਹਾਨੂੰ ਅਸੀਂ ਮੁਖੀ ਬਣਾ ਕਰਕੇ ਲਿਆਏ ਸੀ ਤੇ ਹੁਣ ਇਹ ਸਾਰੇ ਜਥੇ ਦਾ ਸਾਰੇ ਸੰਗ ਦਾ ਮਾਲਕ ਕੌਣ ਹੋਣਾ ਕਰੇਗਾ? ਦੋਹਰਾ ਸੁਨ ਲਹਿਣਾ ਪੁਨ ਬੋਲਿਓ, ਸੁਣ ਕਰਕੇ ਭਾਈ ਲਹਿਣਾ ਜੀ ਫਿਰ ਬੋਲੇ ਹਨ। ਜਿਸ ਹਿਤ ਜਵਾਲਾ ਜਾਏ, ਭਾਈ ਲਹਿਣਾ ਜੀ ਕਹਿਣ ਲੱਗੇ ਕਿ ਹੇ ਸਾਥੀਓ, ਜਿਸ ਵਾਸਤੇ ਜਵਾਲਾ ਮੁਖੀ ਜਾਣਾ ਸੀ ਸੋ ਕਾਰਜ ਪੂਰਨ ਪਇਓ, ਉਹ ਜਿਹੜਾ ਕੰਮ ਹੈ ਉਹ ਇੱਥੇ ਹੀ ਪੂਰਨ ਹੋ ਗਿਆ ਹੈ। ਸ਼ਾਂਤ ਭਈ ਚਿਤ ਆ, ਚਿੱਤ ਦੇ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ ਹੈ ਮੇਰੇ। ਚੌਪਈ ਪੁਨ ਸੰਗੀ ਬੂਝਤ ਹਿਤ ਪਾਏ, ਤੇ ਫਿਰ ਜਿਹੜੇ ਸੰਗੀ ਹਨ ਉਹ ਭਾਈ ਲਹਿਣਾ ਜੀ ਤੋਂ ਪੁੱਛਣ ਲੱਗੇ ਹਨ, ਤੁਮਕੋ ਸ਼ਾਂਤ ਪਈ ਇਹ ਥਾਏ। ਸੰਗੀ ਕਹਿਣ ਲੱਗੇ ਕਿ ਹੇ ਭਾਈ ਲਹਿਣਾ ਜੀ, ਤੁਹਾਨੂੰ ਤਾਂ ਇਸ ਥਾਂ ਤੋਂ ਸ਼ਾਂਤੀ ਪ੍ਰਾਪਤ ਹੋ ਗਈ ਹੈ। ਮਾਨਵ ਸਰਬ ਸੰਗ ਜੋ ਆਏ, ਜੋ ਆਪ ਜੀ ਦੇ ਨਾਲ ਇਹ ਸਾਰੇ ਹੀ ਲੋਕ ਆਏ ਹਨ, ਕੌਣ ਹਾਲ ਇਨ ਦੇਹ ਬਤਾਏ। ਇਹਨਾਂ ਦਾ ਕੀ ਹਾਲ ਹੋਵੇਗਾ, ਇਹਨਾਂ ਦੀ ਕੀ ਹਾਲਤ ਹੋਵੇਗੀ, ਇਹ ਆਪ ਜੀ ਦੱਸ ਦੇਣਾ ਕਰੋ। ਲਹਿਣਾ ਕਹੇ ਅਬ ਜਵਾਲਾ ਜਾਵਹੁ, ਭਾਈ ਲਹਿਣਾ ਜੀ ਕਹਿਣ ਲੱਗੇ ਕਿ ਤੁਸੀਂ ਹੁਣ ਸਾਰੇ ਹੀ ਜਵਾਲਾ ਮੁਖੀ ਦੇ ਦਰਸ਼ਨ ਪਰਸਨ ਵਾਸਤੇ ਜਾਣਾ ਕਰੋ। ਭਉਨ ਪਰਸ ਕਰ ਇਹ ਥਲ ਆਵਹੁ, ਜਦੋਂ ਤੁਸੀਂ ਦਰਸ਼ਨ ਪਰਸ ਕੇ ਆ ਜਾਵੋਗੇ ਤੇ ਫਿਰ ਤੁਸੀਂ ਇਸੇ ਰਸਤੇ ਤੇ ਆਉਣਾ ਹੈ। ਵਿੱਚ ਮਨੋ ਕਾਮਨਾ ਧਾਰਨ ਕੀਤੀ ਹੋਈ ਹੈ। ਦਰਸੋ ਸਤਿਗੁਰ ਦਰਸ ਦੁਖਾਰੀ, ਮੁੜ ਕਰਕੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਉਣਾ ਕਰਿਓ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਕਰਿਓ। ਕਿਰਪਾ ਨਿਧਾਨ ਕਿਰਪਾ ਕਰ ਤਬ ਹੀ, ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਦੋਂ ਕਿਰਪਾ ਕਰਨਾ ਕਰਨਗੇ। ਆਸਾ ਤੁਮਰੀ ਪੂਰਹਿ ਸਭ ਹੀ, ਤੁਹਾਡੀ ਜੋ ਸਾਰੀ ਆਸਾ ਹੈ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਪੂਰੀ ਕਰਨਾ ਕਰਨਗੇ। ਇਉਂ ਕਹਿ ਬਿਦਾ ਕੀਨ ਤਿਨ ਸੰਗਾ, ਇਸ ਪ੍ਰਕਾਰ ਕਹਿ ਕਰਕੇ ਭਾਈ ਲਹਿਣਾ ਜੀ ਨੇ ਜੋ ਸੰਗ ਹੈ ਜੋ ਜਥਾ ਹੈ ਇਹ ਵਿਦਾ ਕਰ ਦੇਣਾ ਕੀਤਾ ਹੈ। ਗਇਓ ਸੰਗ ਜਵਾਲਾ ਸ ਉਮੰਗਾ, ਤੇ ਉਹ ਜਿਹੜਾ ਸੰਗ ਹੈ ਜਥਾ ਹੈ ਉਮੰਗ ਦੇ ਸਹਿਤ ਖੁਸ਼ੀ ਦੇ ਸਹਿਤ ਜਵਾਲਾ ਮੁਖੀ ਦੇਵੀ ਦੇ ਦਰਸ਼ਨ ਪਰਸਨ ਕਰਨ ਵਾਸਤੇ ਗਿਆ ਹੈ। ਦੋਹਰਾ ਆਇਓ ਆਪ ਖਡੂਰ ਮਹਿ, ਤੇ ਭਾਈ ਲਹਿਣਾ ਜੀ ਆਪ ਖਡੂਰ ਦੇ ਵਿੱਚ ਆ ਗਏ ਹਨ। ਕਹਿ ਸੋ ਬੋਲ ਨਾ ਬੈਨ, ਕਿਸੇ ਦੇ ਨਾਲ ਬਚਨ ਨਹੀਂ ਬੋਲੇ ਹਨ। ਲਿਵ ਲਾਗੀ ਗੁਰ ਚਰਨ ਕੀ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਲਿਵ ਲੱਗ ਗਈ ਹੈ। ਬਧੀ ਚਾਹੇ ਦਿਨ ਰੈਨ, ਇਸ ਪ੍ਰਕਾਰ ਰਾਤ ਦਿਨ
ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਜੋ ਚਾਹਨਾ ਵੱਧ ਗਈ ਹੈ, ਇਸ ਪ੍ਰਕਾਰ ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਫਿਰ ਤੋਂ ਖਡੂਰ ਸਾਹਿਬ ਦੇ ਵਿੱਚ ਆ ਗਏ ਹਨ। ਇਸ ਪ੍ਰਕਾਰ ਕਥਾ ਵਿਚਾਰ ਆਈ ਹੈ। ਜਿਵੇਂ ਅੱਗੇ ਕਥਾ ਵਿਚਾਰ ਆਵੇਗੀ ਉਹ ਆਪਾਂ ਕੱਲ ਸਰਵਣ ਕਰਾਂਗੇ। ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਵਕ ਹਨ। ਗੁਰੂ ਕੀ ਸਾਧ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹੈ, ਬਖਸ਼ ਲੈਣਾ। ਅੱਗੇ ਤੋਂ ਸਮੱਤ ਬਖਸ਼ਣੀ। ਹੁਣ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹਹਿ ਪੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਯ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ
ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ 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 ਗੋਬਿੰਦ ਸਿੰਘ ਜੀ। ਬਾਜਾਂ 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 ਵਾਲੇ ਗੋਬਿੰਦ ਸਿੰਘ ਜੀ। ਫੌਜਾਂ 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 ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ 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 ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ। ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਾਰੀ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਣੀ, ਯਾਤਰਾ ਸਫਲੀ ਕਰਨੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।